ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਸਤਿਗੁਰ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਹਰਾ ਪਰ ਪੁਨ ਪੁਨ ਸੀਸ ਵਾਹਿਗੁਰੂ ਪੁਨ ਸੀਸਾ ਦੰਦਾਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠਾ ਹਸੀ ਕਰਤ ਮਮ ਸਾਥ ਮਾਰੋ ਇਹ ਖੁਆਏ ਕੈ ਕੈਸੇ ਖਾਵੋ ਨਾਥ ਅਰਕ ਫਲਨ ਮ੍ਰਿਤ ਕੋ ਕਰੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਜਗਤ ਗੁਰੂ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੈ ਗੁਰੂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ ਹੋ। ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਆਪ ਜੀ ਨਿਤਾ ਪ੍ਰਤੀ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਤੇ ਭਾਵਨਾ ਸਹਿਤ ਸਰਵਣ ਕਰ ਰਹੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਬਾਲਾ ਤੇ ਮਰਦਾਨਾ ਜੀ ਸਮੇਤ ਸ੍ਰੀ ਨਨਕਾਣਾ ਸਾਹਿਬ ਤੋਂ ਚੱਲੇ ਹਨ।
ਏਮਨਾਬਾਦ ਨਗਰ ਚ ਆ ਕੇ ਭਾਈ ਲਾਲੋ ਦੇ ਘਰ 5 ਦਿਨ ਠਹਿਰੇ ਹਨ। ਇੱਥੋਂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਚੱਲੇ ਨੇ। ਰਾਜਸਥਾਨ ਦੇ ਇਲਾਕੇ ਵਿੱਚ ਵਿਚਰਦਿਆਂ ਗੁਰਦੇਵ ਪੋਖਰਨ ਨਗਰ ਹੈ, ਇੱਥੇ ਪਹੁੰਚੇ ਹਨ। ਗਰੀਬ ਨਵਾਜ ਸਤਿਗੁਰੂ ਜੀ, ਕਿਉਂਕਿ ਦੂਰ ਤੱਕ ਇੱਥੇ ਜੰਗਲ ਹੀ ਜੰਗਲ ਹੈ। 3 ਦਿਨ ਬੀਤ ਗਏ ਨੇ। ਭਾਈ ਮਰਦਾਨਾ ਜੀ ਨੇ ਛਕਿਆ ਨਾ ਸਤਿਗੁਰਾਂ ਨੇ, ਨਾ ਭਾਈ ਬਾਲਾ ਜੀ ਨੇ। ਭਾਈ ਬਾਲਾ ਜੀ ਔਰ ਸਤਿਗੁਰਾਂ ਨੂੰ ਕਿਸੇ ਪ੍ਰਕਾਰ ਦੀ ਭੁੱਖ ਨਹੀਂ ਵਿਆਪੀ, ਪਰ ਗੁਰਦੇਵ ਨੇ ਚੋਜ ਵਰਤਾਣਾ, ਇਸ ਕਰਕੇ ਭਾਈ ਮਰਦਾਨੇ ਨੂੰ ਭੁੱਖ ਲਾ ਦਿੱਤੀ। 3 ਦਿਨ ਚਲਦਿਆਂ ਚਲਦਿਆਂ ਬੀਤ ਗਏ। ਭਾਈ ਮਰਦਾਨਾ ਜੀ ਦੀ ਭੁੱਖ ਨਾਲ ਸਰੀਰ ਦੀ ਹਾਲਤ ਕਮਜ਼ੋਰ ਹੋ ਰਹੀ ਹੈ, ਚੱਲਿਆ ਨਹੀਂ ਜਾ ਰਿਹਾ। ਗਰੀਬ ਨਵਾਜ ਜੀ ਨੇ ਭਾਈ ਮਰਦਾਨੇ ਵੱਲ ਵੇਖਿਆ ਕਿ ਭਾਈ ਮਰਦਾਨਾ ਜੀ ਹਿਰਦੇ 'ਚ ਸੋਚ ਰਹੇ ਨੇ ਕਿ ਮੇਰਾ ਇਹਨਾਂ ਨਾਲ ਨਿਭਾਅ ਕਿਵੇਂ ਹੋਵੇਗਾ। ਇਹਨਾਂ ਨੂੰ ਤਾਂ ਭੁੱਖ ਪਿਆਸ ਨਹੀਂ ਵਿਆਪਦੀ, ਪਰ ਮੈਨੂੰ ਤਾਂ ਭੁੱਖ ਵੀ ਵਿਆਪਦੀ ਹੈ, ਪਿਆਸ ਵੀ ਵਿਆਪਦੀ ਹੈ। ਸਤਿਗੁਰੂ ਜੀ ਕਹਿਣ ਲੱਗੇ, ਮਰਦਾਨਿਆਂ ਤੈਨੂੰ ਭੁੱਖਿਆਂ ਨਹੀਂ ਮਰਨ ਦੇਣ ਲੱਗੇ। ਜੇ ਤਾਂ ਭੁੱਖ ਦੇ ਨਾਲ ਪ੍ਰਾਣ ਤਿਆਗੇ ਵੀ ਤਾਂ ਅਸੀਂ ਤੇਰੇ ਪ੍ਰਾਣ ਵਾਪਸ ਲੈ ਆਵਾਂਗੇ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਹੁਣ ਇੱਥੇ ਜੰਗਲ ਵਿੱਚ ਮੇਰੇ ਪ੍ਰਾਣ ਨਿਕਲ ਚੱਲੇ ਆ, ਇੱਥੇ ਕਿੱਥੇ ਭੋਜਨ ਆਏਗਾ। ਲਾਗੇ ਹੀ ਇੱਕ ਅੱਕ ਦਾ ਬੂਟਾ ਖੜਾ ਸੀ, ਬੜਾ ਵਿਸ਼ਾਲ ਬੂਟਾ ਸੀ, ਉਹਨੂੰ ਅੰਬੀਆਂ ਲੱਗੀਆਂ ਹੋਈਆਂ ਅੱਕ ਦੀਆਂ। ਵੇਖ ਕੇ ਸਤਿਗੁਰਾਂ ਨੇ ਬਚਨ ਕੀਤਾ, ਮਰਦਾਨਿਆ ਇਹ ਫਲ ਲੱਗੇ ਆ, ਛਕ ਲੈ। ਜਦੋਂ ਸਤਿਗੁਰੂ ਜੀ ਨੇ ਬਚਨ ਕਹੇ, ਸੁਣ ਕੇ ਭਾਈ ਮਰਦਾਨਾ ਜੀ ਨੇ ਅੱਗੋਂ ਜਿਵੇਂ ਬੇਨਤੀ ਕੀਤੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ 'ਚ ਸੁਰਤੀਆਂ ਬਿਰਤੀਆਂ ਜੋੜੀਏ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਐਸੇ ਦੀਨ ਦਿਆਲ ਸਤਿਗੁਰਾਂ ਦਾ ਧਿਆਨ ਹਿਰਦਿਆਂ 'ਚ ਵਸਾਉਂਦਿਆਂ ਆਖੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠਾ ਹਸੀ ਕਰਤ ਮਮ ਸਾਥ, ਮਾਰੋ ਇਹ ਖੁਆਏ ਕੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਬਚਨ ਕਹੇ ਨਾ, ਮਰਦਾਨਿਆ ਇਹ ਜਿਹੜੇ ਅੱਕ ਨੂੰ ਕਖੜੀਆਂ ਲੱਗੀਆਂ, ਅੰਬ ਲੱਗੇ ਆ, ਇਹ ਖਾ ਲੈ। ਤੇ ਸੁਣ ਕੇ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਮਜ਼ਾਕ ਕਰਦੇ ਹੋ, ਹਾਸੀ ਕਰਦੇ ਹੋ ਮੇਰੇ ਨਾਲ। ਮਹਾਰਾਜ ਜੀ ਇਹ ਖਵਾ ਕੇ ਮੈਨੂੰ ਮਾਰਨਾ ਚਾਹੁੰਦੇ ਹੋ? ਹਾਂਜੀ। ਕੈਸੀ ਖਾਵੋ ਨਾਥ ਅਰਕ ਫਲਨ ਮ੍ਰਿਤ ਕੋ ਕਰੇ। ਏ ਨਾਥ ਜੀ, ਇਹ ਫਲ ਮੈਂ ਕਿਵੇਂ ਖਾਵਾਂ? ਅੱਕ ਦੇ ਫਲ ਨੇ, ਇਹਨਾਂ ਨੂੰ ਖਾ ਕੇ ਤਾਂ ਮਹਾਰਾਜ ਜੀ ਮੌਤ ਹੋ ਜਾਏਗੀ। ਇਹ ਕਿਉਂਕਿ ਇਹਨਾਂ ਵਿੱਚ ਤਾਂ ਜ਼ਹਿਰ ਹੈ। ਜਿਹੜਾ ਇਹ ਅੱਕ ਹੁੰਦਾ ਹੈ, ਅੱਕ ਦੇ ਵਿੱਚ ਜਿਹੜਾ ਉਹ ਦੁੱਧ ਨਿਕਲਦਾ ਉਹ ਬੜਾ ਜ਼ਹਿਰੀਲਾ ਹੁੰਦਾ, ਕੁੜੱਤਣ ਭਰਿਆ ਹੁੰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ, ਜੇ ਅੰਬੀਆਂ ਜਿਹੜੀਆਂ ਇਹ ਖੱਖੜੀਆਂ ਲੱਗੀਆਂ ਮੈਂ ਖਾਵਾਂਗਾ, ਇਹਨਾਂ ਨੂੰ ਖਾ ਕੇ ਤਾਂ ਮਹਾਰਾਜ ਜੀ ਮੇਰੀ ਮੌਤ ਹੋ ਜਾਏਗੀ, ਇਹ ਮੈਂ ਕਿਵੇਂ ਖਾ ਸਕਦਾ? ਸਵਈਆ ਕਮਲਾਨਨ ਵਾਕ ਕਹੇ ਸਮਿਤੰ, ਤੁਮ ਖਾਵੋ ਖਾਏ ਸੋ ਜਾਏ ਜੀਤੇ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੁਸਕਰਾਉਂਦਿਆਂ ਆ ਬੋਲੇ, ਕਮਲ ਨੈਣ ਸਤਿਗੁਰੂ। ਮਹਾਰਾਜ ਜੀ ਕਹਿੰਦੇ, ਨਾ ਮਰਦਾਨਿਆਂ ਸਤ ਬਚਨ ਕਹਿ ਤੇ ਅੱਕ ਨੂੰ ਲੱਗੀਆਂ ਹੋਈਆਂ ਜਿਹੜੀਆਂ ਇਹ ਅੰਬੀਆਂ ਨੇ, ਖੱਖੜੀਆਂ ਨੇ, ਖਾ ਲੈ, ਜਿੰਨੀਆਂ ਤੇਰਾ ਦਿਲ ਕਰੇ, ਪੇਟ ਭਰ ਕੇ ਰੱਜ ਕੇ ਖਾ ਲੈ। ਪੁਨ ਲਾਲਚ ਫੇਰ ਕਰੋ ਨਾਰੀ ਦੇ, ਨਿਜ ਰਾਖ ਨਾ ਪਾਸ ਸੁਨੋ ਸੁਮਤੇ। ਮਹਾਰਾਜ ਜੀ ਕਹਿੰਦੇ, ਹੇ ਸ੍ਰੇਸ਼ਟ ਮਤ ਵਾਲੇ ਭਾਈ ਮਰਦਾਨਾ ਜੀ,
ਜਿੰਨੀਆਂ ਕ ਖਾਧੀਆਂ ਜਾਂਦੀਆਂ ਖਾ ਲੋ, ਪਰ ਲਾਲਚ ਨਾ ਕਰਿਓ ਵੀ ਮੁੜ ਕੇ ਲਾਲਚ ਕਰਕੇ ਨਾਲ ਪੱਲੇ 'ਚ ਬੰਨ ਲਓ ਵੀ ਚਲੋ ਬਾਅਦ ਵਿੱਚ ਕੱਲ ਨੂੰ ਫੇਰ ਛਕ ਲਾਂਗੇ। ਮਹਾਰਾਜ ਕਹਿੰਦੇ ਹੁਣ ਇੱਥੇ ਜਿੰਨੀਆਂ ਖਾਧੀਆਂ ਜਾਂਦੀਆਂ ਪੇਟ ਭਰ ਕੇ ਰੱਜ ਕੇ ਖਾ ਲੋ, ਪਰ ਇਹਨਾਂ ਨੂੰ ਨਾਲ ਬੰਨਣ ਦਾ ਲਾਲਚ ਨਾ ਕਰਿਓ। ਇਹ ਗੱਲ ਧਿਆਨ ਕਰਕੇ ਰੱਖਿਓ। ਤਵ ਪੇਟ ਚੋਦਾ ਜਿਤਨੀ ਕੁ ਆਹੇ, ਤੇਰੇ ਪੇਟ ਵਿੱਚ ਜਿੰਨੀ ਕੁ ਭੁੱਖ ਹੈ ਇਸ ਵੇਲੇ, ਪਰ ਲੇਹੋ ਤੀਤੀ ਤਨ ਹੋਏ ਹੇਤੇ। ਉਹਨਾਂ ਕੁ ਪੇਟ ਭਰ ਲਓ, ਜਿੰਨੀ ਕੁ ਭੁੱਖ ਹੈ ਉਹਨਾਂ ਕੁ ਪੇਟ ਭਰ ਲਵੋ। ਨੈ ਹੋਵੇਂਗੋ ਦੁੱਖ ਪ੍ਰਾਨਨ ਕੋ ਹਤ, ਤੈਨੂੰ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਵਿਆਪੇਗਾ, ਤੇਰੇ ਪ੍ਰਾਣਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਇਹ ਅੱਕ ਦੀਆਂ ਖਖੜੀਆਂ, ਇਹ ਅੰਬੀਆਂ ਖਾ ਕੇ ਤੈਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਦੁੱਖ ਨਹੀਂ ਵਿਆਪੇਗਾ, ਤੇਰੇ ਪ੍ਰਾਣਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਮਾਨੋ ਵਾਕ ਆਚੇ ਹੋ ਇਤੇ, ਤੇ ਸਾਡਾ ਬਚਨ ਮੰਨ ਕੇ ਤੇ ਜਿੰਨਾ ਤੇਰਾ ਦਿਲ ਕਰੇ, ਜਿੰਨੀ ਤੈਨੂੰ ਭੁੱਖ ਹੈ ਪੇਟ ਵਿੱਚ, ਓਨੀਆਂ ਇਹ ਅੰਬੀਆਂ ਇਹ ਖਖੜੀਆਂ ਛਕ ਲੈ ਸਾਡਾ ਬਚਨ ਮੰਨ ਕੇ। ਯੋ ਸੁਨ ਬੈਨ ਮਨੇ ਮਨ ਮੈਂ, ਸਤਿਗੁਰੂ ਜੀ ਦੇ ਬਚਨ ਸੁਣ ਕੇ ਭਾਈ ਮਰਦਾਨਾ ਜੀ ਨੇ 7 ਬਚਨ ਕਿਹਾ। ਇੱਥੇ ਭਾਈ ਮਰਦਾਨਾ ਜੀ ਦੇ 7 ਬਚਨ ਦੀ ਬਿਰਤੀ ਵੇਖੋ। ਵੇਖ ਕੇ ਸਾਹਮਣੇ ਪਤਾ ਵੀ ਜ਼ਹਿਰ ਨਾਲ ਭਰੀਆਂ ਹੁੰਦੀਆਂ, ਉਹਨਾਂ ਮੁੜ ਕੇ ਕਿੰਤੂ ਨਹੀਂ ਕੀਤਾ। ਪਹਿਲਾਂ ਇੱਕ ਵਾਰੀ ਬੇਨਤੀ ਕਰ ਲਈ, ਜਦੋਂ ਸਤਿਗੁਰਾਂ ਆਖਿਆ ਛਕ ਲੈ ਕੁਝ ਨਹੀਂ ਹੁੰਦਾ, ਤਾਂ ਭਾਈ ਸਾਹਿਬ ਨੇ 7 ਬਚਨ ਕਿਹਾ। ਇਹ ਉਹਨਾਂ ਦੇ ਅੰਦਰ ਮੰਨਣ ਭਾਵ ਹੈ। ਪਰ ਇਹ ਸਤਿਗੁਰਾਂ ਦੀ ਲੀਲਾ ਜਿਹੜੀ, ਸਤਿਗੁਰੂ ਜੀ ਆਪ ਉਹਨਾਂ ਨੂੰ ਭੁੱਖ ਲਾ ਦਿੰਦੇ ਆ, ਭਾਈ ਮਰਦਾਨਾ ਜੀ ਨੂੰ ਚੋਜ ਕਰਨਾ ਹੁੰਦਾ। ਤੋ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਸਤਿਗੁਰੂ ਜੀ ਦੇ ਕਹੇ ਬਚਨ ਮੰਨ ਲਏ। ਪੁਨਿਆਨਨ ਖਾਤੇ ਆਨੰਦ ਚੀਤੇ, ਉਸ ਨਾਲੋਂ ਅੱਕ ਨਾਲੋਂ ਲੱਗੀਆਂ ਜਿਹੜੀਆਂ ਉਹ ਖਖੜੀਆਂ ਸੀ, ਉਹ ਤੋੜ ਤੋੜ ਕੇ ਭਾਈ ਮਰਦਾਨਾ ਜੀ ਨੇ ਮੁਖ ਵਿੱਚ ਪਾਈਆਂ ਤੇ ਛਕਣ ਲੱਗੇ। ਤੋਰਤ ਤੂਰਨ ਪਾਵਤ ਹੈ ਮੁਖ, 3 ਦਿਨਾਂ ਦੀ ਭੁੱਖ ਲੱਗੀ ਸੀ, ਤੋੜਦੇ ਨੇ ਸਬੂਤੀ ਮੂੰਹ ਚ ਪਾ ਲੈਂਦੇ ਆ, ਔਰ ਉਹਨੂੰ ਚਿੱਥਦੇ ਤੇ ਇੰਨਾ ਸਵਾਦ ਉਹਦੇ ਚ, ਉਹ ਇੰਨੀਆਂ ਰਸ ਨਾਲ ਭਰੀਆਂ, ਇੰਨਾ ਆਨੰਦ ਦੇ ਰਹੀਆਂ ਹਨ। ਖਾਵਤ ਸਾਧ ਸੋਦਾਤੇ ਅਤੇ, ਇਦਾਂ ਜਾਪਦਾ ਭਾਈ ਮਰਦਾਨੇ ਨੂੰ ਜਿਵੇਂ ਉਹ ਅੰਮ੍ਰਿਤ ਪੀ ਰਹੇ ਹੋਣ। ਮਾਨੋ ਅੰਬੀਆਂ ਨਹੀਂ ਸਨ, ਉਹਨਾਂ ਵਿੱਚ ਅੰਮ੍ਰਿਤ ਭਰਿਆ ਹੋਇਆ ਸੀ। ਇੰਨੀਆਂ ਸਵਾਦੀ ਹਨ ਤੇ ਸਵਾਦ ਸਵਾਦ ਨਾਲ ਛਕੀ ਜਾ ਰਹੇ ਨੇ। ਛੋਰ ਸਕੇ ਨੇ ਪੇਟ ਪਰਾਬੋ, ਕਹਿੰਦੇ ਇੰਨੀਆਂ ਸਵਾਦੀ ਨੇ ਵੀ ਖਾ ਖਾ ਕੇ ਉਹ ਅੰਬੀਆਂ ਢਿੱਡ ਭਰ ਗਿਆ ਭਾਈ ਮਰਦਾਨੇ ਦਾ, ਪਰ ਫਿਰ ਵੀ ਛੱਡਣ ਨੂੰ ਦਿਲ ਨਹੀਂ ਕਰਦਾ ਵੀ ਹੁਣ ਬਸ ਕਰਾਂ, ਪੇਟ ਭਰ ਗਿਆ। ਥਾਵ ਰਹਾ ਨਹਿ ਪਾਏ ਕੀਤੇ, ਹੁਣ ਪੇਟ ਵਿੱਚ ਥਾਂ ਬਾਕੀ ਨਹੀਂ ਬਚੀ ਵੀ ਕਿਤੇ ਹੋਰ ਪੈ ਜਾਣ ਅੰਦਰ, ਇਤਨਾ ਪੇਟ ਭਰਿਆ। ਪੂਰੇ ਲਿਓ ਗਰ ਲੋ ਉਦਰੰ, ਫਿਰ ਵੀ 1-2 ਤੋਂ ਖਾ ਕੇ ਗਲੇ ਤੱਕ ਆਪਣਾ ਢਿੱਡ ਚੰਗੀ ਤਰ੍ਹਾਂ ਭਰ ਲਿਆ ਭਾਈ ਮਰਦਾਨੇ ਨੇ। ਪੇਟ 'ਚ ਥਾਂ ਨਾ ਬਚੀ ਤੇ ਫਿਰ ਵੀ 2-4 ਹੋਰ ਖਾ ਕੇ ਨਾ ਉਹ ਅੰਬੀਆਂ ਜਿਹੜੀਆਂ ਸਨ, ਉਹ ਗਲੇ ਤੱਕ ਆਪਣਾ ਪੇਟ ਚੰਗੀ ਤਰ੍ਹਾਂ ਭਰ ਲਿਆ। ਤ੍ਰਿਸ਼ਨਾ ਨਾ ਹਟੇ ਬਹੁ ਤੋਰ ਲੀਤੇ, ਪਰ ਮਨ ਦੀ ਤ੍ਰਿਸ਼ਨਾ ਨਹੀਂ ਬੁੱਝੀ, ਫਿਰ ਵੀ ਤੇ ਕਹਿੰਦੇ ਇੰਨੀਆਂ ਸਵਾਦੀ ਨੇ, ਤੋੜ ਕੇ ਤੇ ਆਪਣੇ ਪੱਲੇ ਦੇ ਵਿੱਚ ਬੰਨ ਲਈਆਂ। ਲਾਲਚ ਕੋ ਕਰਕੇ ਫਲ ਤੋਰ, ਲਾਲਚ ਕਰਕੇ ਗੁਰੂ ਸਾਹਿਬ ਨੇ ਕਿਹਾ ਵੀ ਸੀ ਵੀ ਲਾਲਚ ਕਰਕੇ ਨਾਲ ਨਾ ਬੰਨੀ, ਇੱਥੇ ਖਾ ਲੈ ਜਿੰਨੀਆਂ ਖਾਣੀਆਂ ਨੇ। ਪਰ ਭਾਈ ਮਰਦਾਨਾ ਜੀ ਨੇ ਲਾਲਚ ਵਸ ਹੋ ਕੇ ਉਹਦੇ ਵਿੱਚੋਂ ਕੁਝ ਅੰਬੀਆਂ ਤੋੜ ਕੇ ਬੰਨ ਲਈਆਂ। ਕਿ ਬਾਂਧ ਸੋ ਪੱਲੇ ਕੇ ਸੰਗ ਲੀਏ, ਗਲ ਵਿੱਚ ਪਾਇਆ ਪੱਲਾ ਚਾਦਰਾ ਸੀ, ਉਹ ਚਾਦਰੇ ਦੇ ਇੱਕ ਕੰਨੇ ਦੇ ਨਾਲ ਭਾਈ ਸਾਹਿਬ ਜੀ ਨੇ ਉਹ ਅੰਬੀਆਂ ਬੰਨ ਕੇ ਨਾਲ ਲਟਕਾ ਲਈਆਂ। ਬਾਸਰ ਇੱਕ ਆਹਾਰ ਰੱਖਾ 3, ਇੱਕ ਦਿਨ ਵਿੱਚ ਜਿੰਨੀਆਂ ਖਾਧੀਆਂ ਜਾਣ ਵੀ ਕੱਲ ਦੇ ਦਿਨ ਇਹ ਖਾ ਲਵਾਂਗੇ, ਅੱਜ ਦਾ ਦਿਨ ਤਾਂ ਨਿਕਲ ਜਾਣਾ। ਇੱਥੇ ਜੰਗਲ 'ਚ ਖਬਰੇ ਕੱਲ ਨੂੰ ਮਿਲੇ ਕਿ ਨਾ ਮਿਲੇ, ਇਸ ਕਰਕੇ ਭਾਈ ਮਰਦਾਨੇ ਨੇ ਅਗਲੇ ਦਿਨ ਵਾਸਤੇ ਉਹ ਬੰਨ ਲਈਆਂ ਪੱਲੇ ਵਿੱਚ। ਸ਼੍ਰੀ ਗੁਰ ਤੇ ਚੱਖ ਚੋਰ ਕੀਏ, ਤੇ ਨਾਲੇ ਸਤਿਗੁਰਾਂ ਦੇ ਕੋਲੋਂ ਚੁਰਾ ਕੇ ਬੰਨੀਆਂ ਪੱਲੇ ਵੀ ਗੁਰੂ ਸਾਹਿਬ ਦੀਆਂ ਅੱਖਾਂ ਦਾ ਨਿਗਾਹ ਨਾ ਪਵੇ।
ਮਹਾਰਾਜ ਜੀ ਦੀ ਨਿਗਾਹ ਤੋਂ ਲੁਕੋ ਕੇ ਚਾਦਰੇ ਦੇ ਵਿੱਚ ਬੰਨੀਆਂ ਹਨ। ਭੁੱਖ ਲੱਗੀ ਜਬ ਹੀ ਅਗਲੇ ਦਿਨ ਟੁਰੇ ਜਾਂਦੇ ਸੀ। ਰਸਤੇ ਵਿੱਚ ਭਾਈ ਮਰਦਾਨੇ ਨੂੰ ਕੜਾਕਾ ਲੱਗਾ, ਭੁੱਖ ਲੱਗੀ। ਤੂਸ਼ਨ ਹੀ ਤਬ ਕਾਢ ਖਾਏ। ਸਤਿਗੁਰੂ ਜੀ ਅੱਗੇ ਅੱਗੇ ਟੁਰੇ ਜਾਂਦੇ ਸੀ, ਭਾਈ ਬਾਲਾ ਜੀ ਤੇ ਮਰਦਾਨਾ ਜੀ ਥੋੜਾ ਜਿਹਾ ਪਿੱਛੇ ਹੋ ਗਏ, ਮੱਠਾ ਟੁਰਦਿਆਂ ਉਹ ਜਿਹੜੀਆਂ ਖੱਖੜੀਆਂ ਬੰਨੀਆਂ ਸੀ, ਭੁੱਖ ਲੱਗੀ ਨਾ ਤੇ ਅੱਕ ਦੀਆਂ ਉਹ ਜਿਹੜੀਆਂ ਅੰਬੀਆਂ ਸੀ ਵਿੱਚੋਂ ਕੱਢ ਕੇ ਖਾਣ ਲੱਗੇ। ਇੱਕ ਖੱਖੜੀ ਹਾਲੇ ਤੋੜ ਕੇ ਮੂੰਹ ਵਿੱਚ ਪਾਈ ਸੀ। ਹਾਵਤ ਵਿਆਕੁਲ ਹੋਏ ਗਇਓ। ਜਦੋਂ ਮੂੰਹ ਵਿੱਚ ਪਾਈ ਤੇ ਉਹ ਨਿਰਾਈ ਜ਼ਹਿਰ, ਉਹ ਤਾਂ ਕੱਲ ਵਾਂਗੂ ਭਾਈ ਸਾਹਿਬ ਜਿਵੇਂ ਕੱਲ ਛਕੀ ਸੀ ਉਦਾਂ ਹੀ ਛਕ ਲਿਆ। ਉਹ ਜਦੋਂ ਛਕ ਕੇ ਇੱਕਦਮ ਸਬੂਤੀ ਮੂੰਹ 'ਚ ਪਾ ਕੇ ਚਿੱਥੀ ਨਿਗਲਣ ਲੱਗੇ ਤੇ ਇੱਕਦਮ ਕੁੜੱਤਣ ਭਰੀ ਜ਼ਹਿਰ, ਇੱਕਦਮ ਭਾਈ ਮਰਦਾਨਾ ਜੀ ਬੇਬਲ ਹੋ ਗਏ, ਉਹਨੂੰ ਖਾਂਦਿਆਂ ਵਿਆਕੁਲ ਹੋ ਗਏ। ਮੁਖ ਹਾਏ ਪੁਕਾਰਤ ਹਾਏ ਕੀਏ। ਹਾਏ ਹਾਏ ਕਰਨ ਲੱਗੇ। ਉਹਨੇ ਇੱਕਦਮ ਸਰੀਰ ਦੇ ਵਿੱਚ ਆਪਣਾ ਜ਼ਹਿਰ ਫੈਲਾ ਦਿੱਤਾ। ਜ਼ਹਿਰ ਹੀ ਹੁੰਦਾ, ਤੂੰ ਇੱਕਦਮ ਸਰੀਰ ਵਿੱਚ ਜਦੋਂ ਉਹਦਾ ਜ਼ਹਿਰ ਜਿਹਾ ਫੈਲਣ ਲੱਗਾ ਤੇ ਭਾਈ ਮਰਦਾਨਾ ਜੀ ਨੇ ਹਾਏ ਹਾਏ ਏਦਾਂ ਮੂੰਹੋਂ ਪੁਕਾਰਿਆ। ਪਰ ਕਹਿ ਧਰਤੀ ਪਰ ਪਾਏ ਪਸਾਰ। ਭਾਈ ਮਰਦਾਨਾ ਜੀ ਥੱਲੇ ਜ਼ਮੀਨ ਤੇ ਪੈ ਗਏ, ਲੱਤਾਂ ਪਸਾਰ ਕੇ। ਪੁਕਾਰਤ ਆਰਤ ਭਾ ਮਰਦਾਨਾ। ਬੜੇ ਦੁਖੀ ਹੋਏ ਤੇ ਵਿਆਕੁਲ ਹੋਏ ਪੁਕਾਰਦੇ ਹਨ। ਕਬ ਪੋੜਤ ਦਾਬਤ ਹੈ ਉਦਰੰਗ। ਪੇਟ ਤੇ ਇੱਕਦਮ ਦਰਦ ਹੋਣ ਲੱਗ ਪਿਆ, ਪੇਟ ਵਿੱਚ ਇੱਕਦਮ ਭਿਆਨਕ ਪੀੜਾ ਹੋਣ ਲੱਗ ਪਈ। ਕਦੇ ਲੰਮਾ ਪੈ ਕੇ ਪੇਟ ਦੱਬਦੇ ਨੇ, ਕਦੇ ਉੱਠ ਕੇ ਬਹਿੰਦੇ ਹਨ, ਏਦਾਂ ਤੜਫਦੇ ਹਨ। ਕਬ ਬੈਠਤ ਐਂਠ ਆਮੈਂਡਤ ਕਰਾਨਾ। ਬਹਿ ਕੇ ਕਦੇ ਆਪਣੀਆਂ ਨੱਕਾਂ ਚਾੜਦੇ ਨੇ, ਮੱਥੇ ਤੇ ਭੌਹਾਂ ਤੇ ਵੱਟ ਪੈਂਦੇ ਦਰਦ ਦੇ ਨਾਲ। ਨਿਜ ਕਾਰ ਕਰੀ ਤਰਪਾ ਕਰ ਕੇ। ਕਹਿੰਦੇ ਆਪਣੀ ਜਿਹੜੀ ਆਪਣੇ ਕੰਮ ਕਰਕੇ ਤੜਫ ਰਹੇ ਹਨ। ਉਚਰੇ ਨਾ ਗੁਰੂ ਟਿਗ ਬੈਨ ਆਇਆਨਾ। ਸਤਿਗੁਰੂ ਜੀ ਦੇ ਸਾਹਮਣੇ ਨਹੀਂ ਕੁਝ ਉਚਰਦਾ। ਪਤਾ ਹੈ ਭਾਈ ਮਰਦਾਨੇ ਨੂੰ ਵੀ ਮੈਂ ਕੀ ਕੀਤਾ। ਪੁਰ ਪੂਰਬੀ ਸੂਰਤ ਵਿਆਕੁਲ ਹੋਵਤ। ਵਿੱਚ ਝੂਰਦੇ ਹੋਏ ਭਾਈ ਮਰਦਾਨਾ ਜੀ ਬੜੇ ਵਿਆਕੁਲ ਹੋ ਰਹੇ ਨੇ, ਬੜੇ ਬੇਬਲ ਹੋ ਰਹੇ ਹਨ। ਯੋਂ ਦੁੱਖ ਪਾਏ ਪਰਿਓ ਤੇ ਥਾਨਾ। ਉਸੇ ਜਗ੍ਹਾ ਤੇ ਪੈ ਗਏ, ਬਹੁਤ ਜ਼ਿਆਦਾ ਦੁਖੀ ਤੇ ਵਿਆਕੁਲ ਹਨ। ਸਿੱਖਨ ਕੇ ਸੁਖ ਦਾ ਚੱਖ ਦੇਖ। ਸਿੱਖਾਂ ਨੂੰ ਸੁਖ ਦੇਣ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ। ਦੁਖਾ ਤੁਰ ਹੈ ਬਾਪ ਮਰਦਾਨਾ। ਮਹਾਰਾਜ ਜੀ ਨੇ ਵੇਖਿਆ ਕਿ ਮਰਦਾਨਾ ਬੜਾ ਦੁਖੀ ਹੈ, ਮਰਦਾਨਾ ਬੜਾ ਵਿਆਕੁਲ ਤੇ ਬੇਬਲ ਹੈ। ਆਨਨ ਤੇ ਸਮਿਤਾ ਕਰੁਣਾ ਨਿਦ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੁਖ ਮੰਡਲ ਭਾਈ ਮਰਦਾਨੇ ਵੱਲ ਕੀਤਾ ਤੇ ਮੁਸਕਰਾਏ ਨੇ। ਮਹਾਰਾਜ ਜੀ ਭਾਈ ਮਰਦਾਨੇ ਦੀ ਇਹ ਦਸ਼ਾ ਵੇਖ ਕੇ ਮੁਸਕਰਾਏ ਹਨ ਤੇ ਨਾਲੇ ਕਰੁਣਾ ਦੇ ਘਰ ਵਿੱਚ ਆ ਕੇ ਵੇਖਦੇ ਹਨ। ਤਾਹੀ ਕੇ ਸੰਗ ਸੋ ਵਾਕ ਬਖਾਨਾ। ਭਾਈ ਮਰਦਾਨੇ ਦੇ ਕੋਲ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ। ਲਾਲਚ ਕੋ ਕਰ ਪਾਸ ਰੱਖੇ ਤੋਏ। ਮਹਾਰਾਜ ਜੀ ਕਹਿੰਦੇ ਮਰਦਾਨਿਆ ਤੂੰ ਸਾਡਾ ਬਚਨ ਨਹੀਂ ਨਾ ਪਾਲਿਆ। ਤੈਨੂੰ ਕਿਹਾ ਸੀ ਵੀ ਲਾਲਚ ਕਰਕੇ ਨਾਲ ਨਾ ਬੰਨੀ, ਪਰ ਤੂੰ ਲਾਲਚ ਵਸ ਹੋ ਕੇ ਇਹ ਆਪਣੇ ਨਾਲ ਲੈ ਲਈਆਂ ਸਨ। ਬੂਝ ਨਾ ਮੋਏ ਲਿਓ ਤੇ ਥਾਨਾ। ਤੇ ਸਾਡੇ ਕੋਲੋਂ ਪੁੱਛਿਆ ਨਹੀਂ, ਤੂੰ ਸਾਡੇ ਕੋਲੋਂ ਆਗਿਆ ਨਹੀਂ ਲਈ। ਜੇ ਲੈਣੀਆਂ ਵੀ ਸੀ ਨਾਲ ਤੇ ਸਾਡੇ ਕੋਲੋਂ ਪੁੱਛ ਲੈਂਦਾ, ਗੁਰੂ ਜੀ ਵੀ ਮੈਂ ਪੱਲੇ ਬੰਨ ਲਾਂ ਥੋੜੀਆਂ ਜੀਆਂ ਕੱਲ ਵਾਸਤੇ। ਸਾਡੇ ਕੋਲੋਂ ਆਗਿਆ ਲੈ ਕੇ ਪੱਲੇ ਬੰਨ ਲੈਂਦਾ, ਪਰ ਤੂੰ ਸਾਡੇ ਕੋਲੋਂ ਹੁਕਮ ਨਹੀਂ ਲਿਆ, ਆਗਿਆ ਨਹੀਂ ਲਈ ਤੇ ਆਪਣੀ ਮਰਜ਼ੀ ਦੇ ਨਾਲ ਸਾਡੇ ਕੋਲੋਂ ਲੁਕਾ ਕੇ ਆਪਣੇ ਪੱਲੇ ਬੱਧੀਆਂ ਹਨ। ਤੋ ਦੁੱਖ ਪਾਵਤ ਹੋ ਇਤਨੋ। ਤਾਂ ਹੀ ਇਤਨਾ ਦੁੱਖ ਪਾਉਣਾ ਪੈ ਰਿਹਾ। ਇੱਕ ਗੱਲ ਇੱਥੇ ਧਿਆਨ ਗੋਚਰੀ ਹੈ, ਗੁਰੂ ਸਾਹਿਬ ਕੀ ਸਮਝਾਉਣਾ ਚਾਹੁੰਦੇ ਇਸ ਪ੍ਰਸੰਗ ਨਾਲ। ਖਾਲਸਾ ਜੀ ਸਤਿਗੁਰੂ ਜੀ ਸਮਝਾਉਣਾ ਚਾਹੁੰਦੇ ਆ, ਜਿਹੜੀ ਚੀਜ਼ ਗੁਰੂ ਕੇ ਹੁਕਮ ਦੇ ਵਿੱਚ ਅਸੀਂ ਛਕੀਏ ਉਹ ਸਾਡੇ ਲਈ ਅੰਮ੍ਰਿਤ ਹੈ, ਤੇ ਜੇ ਗੁਰੂ ਦੇ ਹੁਕਮ ਤੋਂ ਬਾਹਰੀ ਹੋ ਕੇ ਵੀ ਜਿਹਨੂੰ ਛਕਣ ਵਾਸਤੇ ਗੁਰੂ ਦਾ ਹੁਕਮ ਨਹੀਂ ਉਹ ਵਸਤੂ ਖਾਵੇ ਗੁਰੂ ਕਾ ਸਿੱਖ, ਤਾਂ ਉਹ ਗੁਰੂ ਕੇ ਸਿੱਖ ਲਈ ਜ਼ਹਿਰ ਦੇ ਮਨਿੰਦਾ ਹੈ। ਇਹ ਹੁਣ ਧਿਆਨ ਦੇਣਾ ਚਾਹੀਏ ਕਿ ਗੁਰੂ ਸਾਹਿਬ ਦਾ ਹੁਕਮ ਕੀ ਹੈ, ਛਕਣ ਵਾਸਤੇ ਵੀ ਛਕਣਾ ਕੀ ਹੈ।
ਤੇ ਜਿਹੜੇ ਗੁਰੂ ਸਾਹਿਬ ਦੇ ਹੁਕਮ ਨੂੰ ਮੋੜ ਕੇ ਆਪਣੀ ਮਰਜ਼ੀ ਨਾਲ ਆਪਣੇ ਸਵਾਦਾਂ ਵਾਸਤੇ ਅਨੇਕ ਪ੍ਰਕਾਰ ਦੇ ਪਦਾਰਥ ਜਿਨ੍ਹਾਂ ਨੂੰ ਖਾਣ ਵਾਸਤੇ ਗੁਰੂ ਹੁਕਮ ਨਹੀਂ ਹੈ ਉਹ ਵਸਤੂਆਂ ਭਖਦੇ ਨੇ, ਸ਼ਰਾਬਾਂ ਪੀਂਦੇ ਐ, ਉਹ ਜ਼ਹਿਰ ਭਖਦੇ ਹਨ। ਗੁਰੂ ਖਾਲਸਾ ਜੀ, ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ, ਗੁਰਸਿੱਖਾ ਵਿਵੇਕ ਰੱਖਣਾ ਖਾਣ ਦੇ ਵਿੱਚ ਵੀ, ਤੇਰੇ ਖਾਣ ਦੇ ਵਿੱਚ ਵੀ ਵਿਵੇਕ ਹੋਣਾ ਚਾਹੀਏ। ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੂਸਰੀ ਪ੍ਰੇਰਨਾ ਇਸ ਪ੍ਰਸੰਗ ਨਾਲ ਇਹ ਵੀ ਦੇ ਰਹੇ ਨੇ ਵੀ ਬੰਦਾ ਸੋਚਦਾ ਵੀ ਮੈਂ ਪਰਮੇਸ਼ਰ ਤੋਂ ਲੁਕਾ ਕੇ ਜਾਂ ਗੁਰੂ ਕੋਲੋਂ ਲੁਕਾ ਕੇ ਕੰਮ ਕਰ ਲਵਾਂਗਾ ਤੇ ਮੈਨੂੰ ਕਿਹੜਾ ਕੋਈ ਵੇਖਦਾ ਹੈ, ਪਰ ਅੰਤਰਯਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨਿਗਾਹ ਸਰਬ ਥਾਈਂ ਹੈ। ਮਹਾਰਾਜ ਜੀ ਕੋਲੋਂ ਲੁਕਾ ਕੇ ਜਦੋਂ ਵੀ ਕੋਈ ਮਨੁੱਖ ਪਾਪ ਕਰਮ ਕਰਦਾ ਤਾਂ ਉਹਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਸੱਜਣਾ ਤੈਨੂੰ ਸਾਹਿਬ ਆਪਣੀ ਦ੍ਰਿਸ਼ਟੀ ਨਾਲ ਕੋਲ ਖਲੋ ਕੇ ਵੇਖ ਰਹੇ ਹੈ, ਇਸ ਕਰਕੇ ਇਸ ਪਾਪ ਕਰਮ ਦਾ ਤਿਆਗੀ ਹੋ ਜਾ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਤੈਨੂੰ ਰੋਕਿਆ ਸੀ, ਜੇ ਤੂੰ ਸਾਡਾ ਬਚਨ ਮੰਨ ਲੈਂਦਾ ਤੇ ਇਦਾਂ ਦੁਖੀ ਨਾ ਹੁੰਦਾ। ਤੈਨੂੰ ਇਹ ਦੁੱਖ ਪਾਉਣਾ ਪੈ ਰਿਹਾ ਕਿਉਂਕਿ ਤੂੰ ਸਾਡੇ ਕੋਲੋਂ ਪੁੱਛਿਆ ਨਹੀਂ, ਸਾਡੇ ਕੋਲੋਂ ਇਜਾਜ਼ਤ ਨਹੀਂ ਲਈ। ਮੁਝ ਬੂਝੇ ਜੇ ਨੈ ਦੁਖ ਸੋ ਜਾਨਾ, ਜੇ ਸਾਨੂੰ ਅੱਜ ਲੋ ਜੇ ਨਾਲ ਲੈ ਵੀ ਆਂਦੀਆਂ ਸੀ ਅੱਜ ਹੀ ਪੁੱਛ ਲੈਂਦਾ, ਮਹਾਰਾਜ ਜੀ ਇਹ ਨਾਲ ਲਿਆਇਆ ਛਕ ਲਵਾਂ, ਜੇ ਅੱਜ ਵੀ ਪੁੱਛ ਕੇ ਛਕ ਲੈਂਦਾ ਤੇ ਅੱਜ ਵੀ ਤੈਨੂੰ ਇਹ ਦੁੱਖ ਨਾ ਵਿਆਪਦਾ। ਜਾਨਸ ਤੇ ਲਈ ਮਮ ਜੋ ਕਰ, ਤੂੰ ਜਾਣ ਬੁੱਝ ਕੇ ਸਾਡੀਆਂ ਅੱਖਾਂ ਤੋਂ ਚੁਰਾ ਕੇ ਇਹ ਵਸਤੂ ਇਹ ਖਖੜੀਆਂ ਲਈਆਂ ਸਨ। ਯੋਹੇਰ ਦੇ ਲੱਖ ਬੈਨੇ ਉਚਾਰੇ, ਭਾਈ ਮਰਦਾਨੇ ਨੇ ਵੇਖਿਆ ਵੀ ਜਾਣੀ ਜਾਣ ਸਤਿਗੁਰੂ ਮੇਰੀ ਚੋਰੀ ਜਾਣ ਗਏ ਨੇ ਵੀ ਮੈਂ ਇਹ ਚੋਰੀ ਕੰਮ ਕੀਤਾ ਹੈ। ਭਾਈ ਮਰਦਾਨਾ ਜੀ ਹੱਥ ਜੋੜ ਕੇ ਬੋਲੇ, ਕਹਿਣ ਲੱਗੇ ਹੋ ਅਨਜਾਨ ਪਨਾ ਮਨ ਮਾਨ। ਮਹਾਰਾਜ ਜੀ ਮੈਂ ਅਣਜਾਣ ਹਾਂ, ਅਣਜਾਣ ਪੁਣੇ ਦੇ ਵਿੱਚ ਗਰੀਬ ਨਵਾਜ ਸਤਿਗੁਰੂ ਜੀ ਆਪਣੀ ਮਨਮਾਨੀ ਕੀਤੀ ਹੈ। ਨਾ ਚੀਨਤ ਭੇਦ ਚਰਿਤਰ ਤੁਮਾਰੇ, ਸਤਿਗੁਰੂ ਜੀ ਤੁਹਾਡਾ ਭੇਦ ਨਹੀਂ ਜਾਣਿਆ, ਤੁਹਾਡਾ ਚਰਿੱਤਰ, ਤੁਹਾਡਾ ਕੌਤਕ, ਤੁਹਾਡੀ ਮਹਿਮਾ ਨਹੀਂ ਜਾਣੀ। ਪੂਰਬ ਸੇ ਲੱਖ ਖਾਏ ਲਏ, ਮਹਾਰਾਜ ਜੀ ਮੈਂ ਕੱਲ ਵੀ ਇਹ ਖਖੜੀਆਂ ਖਾਧੀਆਂ ਸੀ, ਕੱਲ ਤਾਂ ਬੜੀਆਂ ਸਵਾਦੀ ਸਨ। ਮੈਂ ਤਾਂ ਉਹ ਸਮਝ ਕੇ ਵੀ ਉਹੀ ਨੇ ਕੱਲ ਜਿਹੜੇ ਬੂਟੇ ਤੋਂ ਉਹ ਖਾਧੀਆਂ ਸੀ ਉੱਥੋਂ ਹੀ ਇਹ ਤੋੜੀਆਂ ਨੇ, ਮੈਂ ਤਾਂ ਉਸੇ ਸਮਾਨ ਸਮਝ ਕੇ ਖਾ ਲਈਆਂ। ਜਿਨ ਖਾਵਤ ਦੇਹ ਪਈ ਦੁਖਿਆਰੇ, ਇਹਨਾਂ ਨੂੰ ਖਾਂਦਿਆਂ ਸਾਰ ਮਹਾਰਾਜ ਜੀ ਮੇਰੀ ਇਹ ਦੇਹ ਦੁਖਿਆਰੀ ਹੋ ਗਈ ਹੈ। ਤੋਰੇ ਰੱਖੇ ਤੁਮ ਚੋਰੀ ਦੁਰਾਏ ਕਹਿ, ਮਹਾਰਾਜ ਜੀ ਮੈਂ ਤੁਹਾਡੇ ਕੋਲੋਂ ਛੁਪਾ ਕੇ ਚੋਰੀ ਕਰਕੇ ਆਪਣੇ ਕੋਲ ਤੋੜ ਕੇ ਰੱਖੀਆਂ ਹੋਈਆਂ ਸਨ। ਹਿਤ ਚੁਦਾਇਕ ਦਿਵਸ ਆਹਾਰੇ, ਮਹਾਰਾਜ ਇੱਕ ਦਿਨ ਦਾ ਇਹ ਭੋਜਨ ਸਮਝ ਕੇ ਮੈਂ ਆਪਣੇ ਨਾਲ ਪੱਲੇ ਬੰਨ ਕੇ ਰੱਖ ਲਈਆਂ ਸਨ। ਔਰ ਕਰੋ ਤੈਂ ਠੋਰ ਵਿਖੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੁਬਾਰਾ ਪੜੋ ਜੀ। ਔਰ ਕਰੋ ਤੈਂ ਠੋਰ ਵਿਖੇ ਅਰਕੰ, ਮਹਾਰਾਜ ਜੀ ਉੱਥੇ ਹੋਰ ਵੀ ਅੱਕ ਦੇ ਬੂਟੇ ਖੜੇ ਸਨ। ਫਲ ਫੂਲਨ ਸੋ ਗੁਰ ਚੀਨੋ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਵੇਖਿਆ ਭਾਈ ਮਰਦਾਨੇ ਨੂੰ ਸਤਿਗੁਰੂ ਜੀ ਨੇ ਕਹਿਣ ਲੱਗੇ ਮਰਦਾਨੇ ਆ ਵੇਖ, ਕਿਉਂਕਿ ਉੱਥੇ ਅੱਕ ਦੇ ਬੂਟੇ ਬਹੁਤ ਨੇ ਨੇੜੇ ਤੇੜੇ, ਵੱਡੇ ਵੱਡੇ ਆਕਾਰ ਦੇ ਬੂਟੇ ਐ। ਲਾਗੇ ਮਹਾਰਾਜ ਜੀ ਦੇ ਕੱਕ ਦਾ ਬੂਟਾ ਹੋਰ ਖੜਾ ਸੀ ਜਿਹਨੂੰ ਫਲ ਲੱਗੇ ਹੋਏ ਸਨ। ਤੋਰਤ ਪੇ ਫਾਲੇ ਆਪਨੇ ਹਾਥਨ, ਮਹਾਰਾਜ ਜੀ ਨੇ ਆਪਣੇ ਹੱਥੀਂ ਉਸ ਅੱਕ ਦੇ ਬੂਟੇ ਨਾਲੋਂ ਇੱਕ ਦੋ ਅੰਬੀਆਂ ਜਿਹੜੀਆਂ ਖਖੜੀਆਂ ਸਨ ਉਹ ਤੋੜੀਆਂ ਹਨ। ਪੀਰ ਮਿਟਾਵਨ ਕੋ ਤੈ ਦੀਨੋ, ਭਾਈ ਮਰਦਾਨੇ ਦੀ ਪੀੜਾ ਨੂੰ ਦੂਰ ਕਰਨ ਵਾਸਤੇ ਗੁਰਦੇਵ ਨੇ ਆਪ ਉਹ ਖਖੜੀਆਂ ਆਪਣੇ ਹੱਥੀਂ ਤੋੜ ਕੇ ਦਿੱਤੀਆਂ। ਪਾਵਤ ਈ ਮੁਖ ਪਾਬਾ ਭੁਖੰ, ਕਹਿੰਦੇ ਜਦੋਂ ਖਖੜੀਆਂ ਮਹਾਰਾਜ ਜੀ ਦੇ ਹੱਥੋਂ ਲੈ ਕੇ ਭਾਈ ਮਰਦਾਨੇ ਨੇ ਮੁਖ ਵਿੱਚ ਪਾਈਆਂ, ਇੱਕਦਮ ਸਰੀਰ ਉਸੇ ਵੇਲੇ 9 ਵਰ 9 ਹੋ ਗਿਆ। ਉਹ ਵੀ ਖਖੜੀਆਂ ਨੇ ਜਿਹੜੀਆਂ ਗੁਰੂ ਸਾਹਿਬ ਜੀ ਦੇ ਬਚਨਾਂ ਨਾਲ ਖਾਧੀਆਂ ਨੇ, ਉਹ ਵੀ ਖਖੜੀਆਂ ਨੇ ਜਿਹੜੀਆਂ ਗੁਰੂ ਸਾਹਿਬ ਤੋਂ ਲੁਕਾ ਕੇ ਖਾਧੀਆਂ ਨੇ। ਗੁਰੂ ਆਗਿਆ ਨਹੀਂ ਸੀ ਜਿਸ ਨੂੰ ਖਾਣ ਦੀ, ਉਹ ਜ਼ਹਿਰ ਨੇ। ਜਿਹੜੀਆਂ ਗੁਰੂ ਸਾਹਿਬ ਦੀ ਆਗਿਆ 'ਚ ਖਾਧੀਆਂ ਨੇ ਉਹ ਅੰਮ੍ਰਿਤ ਰੂਪ ਨੇ। ਜੋ ਕੁਝ ਅਸੀਂ ਗੁਰੂ ਕੀ ਆਗਿਆ ਵਿੱਚ ਕਰਦੇ ਹਾਂ ਉਹ ਸਾਡੇ ਲਈ ਅੰਮ੍ਰਿਤ ਹੈ, ਤੇ ਜਿਹੜਾ ਅਸੀਂ ਆਪਣੀਆਂ ਮਨਮਾਨੀਆਂ ਨਾਲ ਆਪਣੀਆਂ ਮਰਜ਼ੀਆਂ ਨਾਲ ਕਰਦੇ ਹਾਂ
ਉਹ ਸਾਡੇ ਲਈ ਜ਼ਹਿਰ ਹੈ। ਬਸ ਇਹ ਸਮਝ ਲੈਣਾ ਚਾਹੀਏ। ਜੋ ਕੁਝ ਗੁਰੂ ਆਗਿਆ 'ਚ ਕਰਦੇ ਹਾਂ, ਜਿਹਨੂੰ ਕਰਨ ਦੀ ਗੁਰੂ ਆਗਿਆ ਹੈ, ਉਹ ਸਾਡੇ ਲਈ ਅੰਮ੍ਰਿਤ ਹੈ। ਜਿਸ ਨੂੰ ਕਰਨ ਵਾਸਤੇ ਗੁਰੂ ਕੀ ਆਗਿਆ ਨਹੀਂ ਹੈ, ਅਸੀਂ ਆਪਣੀਆਂ ਮਨ ਮਰਜ਼ੀਆਂ ਨਾਲ ਕਰੀਏ, ਉਹ ਸਾਡੇ ਲਈ ਜ਼ਹਿਰ ਹੈ। ਇਹ ਸਮਝ ਲੈਣਾ ਚਾਹੀਏ। ਗੁਰੂ ਸਾਹਿਬ ਦੀ ਆਗਿਆ 'ਚ ਕਰੋ ਤਾਂ ਅੰਮ੍ਰਿਤ ਹੈ। ਹਾਂਜੀ। ਖੈ ਦੁਖ ਤੇ ਹਰਖਿਓ ਰਾਖ ਲੀਨੋ। ਭਾਈ ਮਰਦਾਨਾ ਜੀ ਦਾ ਸਰੀਰ ਇੱਕਦਮ ਠੀਕ ਠਾਕ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਦੀ ਰੱਖਿਆ ਕੀਤੀ। ਭਾਈ ਸਾਹਿਬ ਸਮਝ ਗਏ ਕਿ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਰੋਗਤਾ ਬਖਸ਼ ਦਿੱਤੀ ਹੈ। ਬੰਦ ਉਹ ਬੇਕਾਰ ਪਾਖ ਬੀਨੀ ਬਾਰ। ਦੋਵੇਂ ਹੱਥ ਜੋੜ ਕੇ ਭਾਈ ਮਰਦਾਨਾ ਜੀ ਨੇ ਬੜੇ ਸਨਿਮਰ ਭਾਵ ਨਾਲ ਬੇਨਤੀ ਕੀਤੀ। ਬੰਧਨ ਕੋ ਕਾਰ ਹੋਤੇ ਆਧੀਨੋ। ਨਾਲੇ ਨਮਸਕਾਰ ਕੀਤੀ, ਬੰਦਨਾ ਕਰਕੇ ਗੁਰਦੇਵ ਦੇ ਅਧੀਨ ਹੋਏ। ਜਾਂ ਬਿਦ ਸੋਕਾਰ ਅਗਰ ਚਲੇ। ਮਹਾਰਾਜ ਖਿਮਾ ਕਰਿਓ। ਏਦਾਂ ਬੇਨਤੀ ਕੀਤੀ ਤੇ ਸਤਿਗੁਰੂ ਜੀ ਅੱਗੇ ਚੱਲ ਪਏ। ਭਾਈ ਮਰਦਾਨਾ ਤੇ ਬਾਲਾ ਜੀ ਨਾਲ ਹਨ। ਗੁਰਹਾਸ ਬਿਲਾਸ ਕੇ ਵਾਕੇ ਉਚਾਰੇ। ਕਈ ਵਾਰ ਰਸਤੇ 'ਚ ਭਾਈ ਮਰਦਾਨੇ ਨਾਲ ਸਤਿਗੁਰੂ ਜੀ ਹਾਸ ਵਿਲਾਸ ਦੇ ਬਚਨ ਕਰਦੇ। ਭਾਈ ਮਰਦਾਨਾ ਜੀ ਕਿਉਂਕਿ ਕੁੱਲ ਕਰਕੇ ਮਿਰਾਸ਼ੀ ਵੀ ਸਨ ਤੇ ਗੁਰੂ ਸਾਹਿਬ ਜੀ ਬਹੁਤ ਸੋਹਣੇ ਬਚਨ ਵਿਲਾਸ ਕਰਦੇ। ਕਦੇ ਕਦੇ ਭਾਈ ਮਰਦਾਨੇ ਨਾਲ ਹਾਸ ਵਿਲਾਸ ਦੇ ਬਚਨ ਵੀ ਕਰ ਲਿਆ ਕਰਦੇ। ਤੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਰਹੇ ਨੇ। ਮਾਰਗ ਜਾਤ ਉਹ ਬੇਪਸ ਚਾਤ। ਸਤਿਗੁਰੂ ਜੀ ਅੱਗੇ ਨੇ ਤੇ ਦੋਵੇਂ ਗੁਰੂ ਕੇ ਲਾਲ ਭਾਈ ਬਾਲਾ ਤੇ ਮਰਦਾਨਾ ਜੀ ਪਿੱਛੇ ਹਨ। ਸੁਨੇ ਸ਼ੁਭ ਬਾਤ ਸੰਦੇਹ ਨਿਵਾਰੇ। ਜਿਹੜਾ ਕੋਈ ਮਨ 'ਚ ਸਵਾਲ ਆਉਂਦਾ ਸਤਿਗੁਰਾਂ ਕੋਲੋਂ ਪੁੱਛਦੇ ਨੇ। ਗਰੀਬ ਨਵਾਜ ਸਤਿਗੁਰੂ ਜੀ ਸਾਰੇ ਸਵਾਲਾਂ ਦੇ ਜਵਾਬ ਦੇ ਕੇ ਦੋਨਾਂ ਗੁਰਸਿੱਖਾਂ ਦੇ ਸੰਦੇਹ ਦੂਰ ਕਰਦੇ ਹਨ। ਮੰਦੇ ਮੰਦ ਚੱਲੇ ਗਤ ਪੰਦ ਆਨੰਦ। ਆਨੰਦ ਦੇ ਮੂਲ ਸਤਿਗੁਰੂ ਜੀ ਸਹਿਜੇ ਸਹਿਜੇ ਟੁਰਦੇ ਜਾ ਰਹੇ ਹਨ। ਜ਼ਮੀਨ ਤੇ ਜਦੋਂ ਚਰਨ ਧਰਦੇ ਆ ਸਤਿਗੁਰੂ ਜੀ ਤੇ ਧਰਤੀ ਵੀ ਪੁਲਕ ਪੁਲਕ ਜਾਂਦੀ ਹੈ। ਵਾਰੇ ਵਾਰੇ ਜਾਂਦੀ ਹੈ ਕਿ ਗਰੀਬ ਨਵਾਜ ਸਤਿਗੁਰੂ ਜੀ ਮੈਨੂੰ ਧੀਰਜ ਦੇਣ ਆਏ ਹਨ। ਆਨੰਦ ਪਾਏ ਪੁਰ ਗ੍ਰਾਮ ਨਿਹਾਰੇ। ਰਸਤੇ ਵਿੱਚ ਅਨੇਕਾਂ ਪਿੰਡ ਆਉਂਦੇ ਆ, ਅਨੇਕਾਂ ਸ਼ਹਿਰ ਆਉਂਦੇ ਆ, ਅਨੇਕਾਂ ਨਗਰ ਆਉਂਦੇ ਆ। ਉਹਨਾਂ ਵਿੱਚੋਂ ਸਤਿਗੁਰੂ ਜੀ ਲੰਘ ਰਹੇ ਨੇ, ਅਨੇਕਾਂ ਜੀਵਾਂ ਨੂੰ ਤਾਰ ਰਹੇ ਨੇ। ਅੱਜ ਵੀ ਖਾਲਸਾ ਜੀ ਅਨੇਕਾਂ ਐਸੀਆਂ ਥਾਵਾਂ ਨੇ ਜਿੱਥੇ ਅਸੀਂ ਨਹੀਂ ਪਹੁੰਚ ਸਕੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਾ ਕੇ ਉੱਥੇ ਸਿੱਖੀ ਦਾ ਪ੍ਰਚਾਰ ਕੀਤਾ ਹੈ। ਕੁਝ ਥਾਵਾਂ ਜਿਹੜੀਆਂ ਸਾਨੂੰ ਲੱਭ ਗਈਆਂ ਉੱਥੇ ਅਸੀਂ ਅਸਥਾਨ ਬਣਾ ਲਏ। ਜਿਹੜੀਆਂ ਥਾਵਾਂ ਦਾ ਸਾਨੂੰ ਬੋਧ ਹੀ ਨਹੀਂ ਉਹ ਹਾਲੇ ਵੀ ਗੁਪਤ ਹਨ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਅਨੇਕਾਂ ਨਗਰਾਂ ਨੂੰ ਪਵਿੱਤਰ ਕਰਦਿਆਂ, ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ ਜਾ ਰਹੇ ਨੇ। ਗਾਉਂ ਬਸੇ ਨਿਸ ਬਾਸੁਰ ਮੈਂ ਚੱਲ। ਰਸਤੇ ਵਿੱਚ ਕਈ ਵਾਰੀ ਨਗਰ ਆਉਂਦੇ ਤੇ ਰਾਤ ਪੈ ਜਾਂਦੀ ਤੇ ਉਹਨਾਂ ਨਗਰਾਂ ਦੇ ਵਿੱਚ ਸਤਿਗੁਰੂ ਜੀ ਰਾਤ ਬਤੀਤ ਕਰਦੇ। ਦਿਨ ਚੜ੍ਹਦਾ ਤੇ ਮਹਾਰਾਜ ਜੀ ਅੱਗੇ ਚੱਲ ਪੈਂਦੇ ਹਨ। ਦੇ ਉਪਦੇਸ਼ ਕੀਤੇ ਨਰ ਤਾਰੇ। ਅਨੇਕਾਂ ਜੀਵਾਂ ਨੂੰ ਉਪਦੇਸ਼ ਦੇ ਕੇ ਸਤਿਗੁਰੂ ਜੀ ਤਾਰਦੇ ਨੇ। ਕਦੇ ਤਾਂ ਕਈ ਦਿਨ ਕੋਈ ਨਗਰ ਆਉਂਦਾ ਹੀ ਨਹੀਂ, ਜੰਗਲ ਹੀ ਜੰਗਲ ਹੁੰਦਾ। ਕਦੇ ਨਗਰ ਆਉਂਦਾ ਤੇ ਰਾਤ ਉੱਥੇ ਠਹਿਰਦੇ ਨੇ। ਅਨੇਕਾਂ ਜੀਵਾਂ ਨੂੰ ਉਪਦੇਸ਼ ਦੇ ਕੇ ਭਗਤੀ ਦਾ ਉਹਨਾਂ ਨੂੰ ਪਾਰ ਉਤਾਰਦੇ ਹਨ। ਕਾਵਰੂ ਦੇਸ਼ ਕੀਓ ਪਰਵੇਸ਼। ਗਰੀਬ ਨਵਾਜ ਪਾਤਸ਼ਾਹ ਚਲਦੇ ਚਲਦੇ ਕਾਮਰੂ ਦੇਸ਼ ਅਸਾਮ ਦੇ ਇਲਾਕੇ 'ਚ ਪਹੁੰਚੇ ਹਨ। ਭਲੇ ਦਰਵੇਸ਼ ਕੋ ਬੇਸ ਬਣਾਏ। ਅਸਾਮ ਤੇ ਬੰਗਾਲ ਦੇ ਇਲਾਕੇ ਦੀ ਹੱਦ ਹੈ। ਉੱਥੇ ਕਾਮਰੂ ਦੇਸ਼ ਗਰੀਬ ਨਵਾਜ ਪਾਤਸ਼ਾਹ ਜੀ ਆਏ ਹਨ। ਇਹ ਕਾਮਰੂ ਦੇਸ਼ ਜਿੱਥੇ ਬਹੁਤ ਸਾਰੇ ਤੰਤਰ ਮੰਤਰਾਂ ਦੀ ਵਿਦਿਆ ਵਾਲੇ ਲੋਕ ਰਹਿੰਦੇ ਹਨ। ਮੰਤਰਨ ਜੰਤਰਨ ਤੰਤਰਨ ਕੀ। ਸਤਿਗੁਰੂ ਜੀ ਦਾ ਬੜਾ ਦਰਵੇਸ਼ਾਂ ਵਾਲਾ ਭਲਾ ਸਰੂਪ ਹੈ। ਜਦੋਂ ਕਾਮਰੂ ਦੇਸ਼ ਆਏ, ਇਸ ਦੇਸ਼ ਵਿੱਚ ਮੰਤਰ, ਤੰਤਰ ਤੇ ਜੰਤਰ ਇਹ ਤਿੰਨ ਪ੍ਰਕਾਰ ਦੀਆਂ ਕਿਸਮਾਂ ਹੁੰਦੀਆਂ ਇਹਨਾਂ ਦੀਆਂ, ਮੰਤਰ, ਤੰਤਰ ਤੇ ਜੰਤਰ। ਤੋ ਇਹ ਤਿੰਨਾਂ ਪ੍ਰਕਾਰਾਂ ਦੇ ਮੰਤਰਾਂ, ਤੰਤਰਾਂ, ਜੰਤਰਾਂ ਨੂੰ ਜਾਣਨ ਵਾਲੇ ਲੋਕ ਸਨ ਇੱਥੇ। ਨਿਦ ਜੋਰ ਸੀ ਮੰਤਨ ਕੋ ਜੇ ਥਾਈ। ਜ਼ਿਆਦਾ ਇੱਥੇ ਇਸਤਰੀ ਰਾਜ ਸੀ, ਤ੍ਰਿਆ ਰਾਜ ਸੀ।
ਇਸਤਰੀਆਂ ਸਨ ਇੱਥੇ ਜਿਹੜੀਆਂ ਕਾਮਰੂ ਦੇਸ਼ ਦੀਆਂ, ਜੋ ਮੰਤਰਾਂ ਤੰਤਰਾਂ ਜੰਤਰਾਂ ਦੀ ਵਿਦਿਆ ਨੂੰ ਜਾਣਦੀਆਂ ਸਨ। ਆਏ ਗਏ ਟਿਗ ਹੀ ਨਗਰਾ। ਸਤਿਗੁਰੂ ਜੀ ਚੱਲੇ ਜਾ ਰਹੇ ਨੇ ਤੇ ਚਲਦਿਆਂ ਚਲਦਿਆਂ ਇੱਕ ਨਗਰ ਨੇੜੇ ਆਇਆ। ਗੁਰ ਬੈਸ ਗਏ ਤਰੂ ਕੀ ਇੱਕ ਛਾਏ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਇੱਕ ਦਰਖਤ ਹੈ, ਉਸ ਦਰਖਤ ਦੀ ਛਾਂ ਤੇ ਬਹਿ ਗਏ ਥੱਲੇ ਮਹਾਰਾਜ। ਨਗਰ ਨੇੜੇ ਆ, ਨਗਰ ਵਿੱਚ ਨਹੀਂ ਗਏ। ਨਗਰ ਦੇ ਬਾਹਰ ਹੀ ਇੱਕ ਦਰਖਤ ਹੈ, ਉਸ ਦਰਖਤ ਦੀ ਛਾਂ ਥੱਲੇ ਸਤਿਗੁਰੂ ਜੀ ਬੈਠੇ ਹਨ। ਬੀਤ ਮਹੂਰਤ ਏਕ ਗਇਓ। ਉੱਥੇ ਬੈਠਿਆਂ ਤਕਰੀਬਨ ਇੱਕ ਘੜੀ ਕ ਬੀਤ ਗਈ। ਮਰਦਾਨੇ ਤਬੇ ਮੁਖ ਵਾਕ ਆਲਾਏ। ਭਾਈ ਮਰਦਾਨਾ ਜੀ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗੇ, ਏ ਪ੍ਰਭ ਜੀ ਏ ਸੁੰਦਰ ਦੇਸ਼। ਕਹਿਣ ਲੱਗੇ ਮਹਾਰਾਜ ਬੜਾ ਸੋਹਣਾ ਦੇਸ਼ ਹੈ ਇੱਥੋਂ ਦਾ, ਬੜਾ ਸੁੰਦਰ ਦੇਸ਼ ਹੈ। ਤਰੋਵਰ ਪਾਤੇ ਅਨੇਕ ਖਰੇ। ਮਹਾਰਾਜ ਬੜੇ ਸੋਹਣੇ ਸੋਹਣੇ ਦਰਖਤ ਖੜੇ ਆ, ਦੂਰ ਦੂਰ ਤਾਈਂ ਨਜ਼ਰ ਆਉਂਦੇ ਹਨ। ਪੁੰਗ ਤੰਬੂਲਨ ਤਾਲ ਤਮਾਲ। ਮਹਾਰਾਜ ਕੇਲਿਆਂ ਦੇ ਬੂਟੇ ਨੇ, ਸੁਪਾਰੀ ਦੇ ਬੂਟੇ ਲੱਗੇ ਹੋਏ ਨੇ ਬੜੇ ਸੋਹਣੇ। ਤੇ ਮਹਾਰਾਜ ਜੀ ਦੂਰ ਦੂਰ ਤੱਕ ਫਲਦਾਰ ਦਰਖਤ ਕੇਲਿਆਂ ਦੇ ਨਜ਼ਰ ਆਉਂਦੇ ਹਨ, ਨਾਰੀਅਲਾਂ ਦੇ ਫਲ ਨਜ਼ਰ ਆਉਂਦੇ ਹਨ। ਵਿਸਾਲ ਪਲੇ ਦਲ ਸੋਹੇ ਹਰੇ। ਮਹਾਰਾਜ ਸੱਚੇ ਪਾਤਸ਼ਾਹ ਬੜੇ ਬੜੇ ਵਿਸ਼ਾਲ ਦਰਖਤ ਲੱਗੇ ਨੇ, ਜਿਨ੍ਹਾਂ ਨੂੰ ਫਲ ਲੱਗੇ ਤੇ ਝੁਕੇ ਹੋਏ ਹਨ। ਸਾਖ ਚੁਕੀ ਫਲ ਪੀਨਨ ਸੋ। ਜਿਹੜੇ ਵੱਡੇ ਵੱਡੇ ਫਲ ਲੱਗੇ ਆ ਭਾਰੇ, ਉਹਨਾਂ ਨਾਲ ਟਹਿਣੀਆਂ ਦਰਖਤਾਂ ਦੀਆਂ ਝੁਕੀਆਂ ਹੋਈਆਂ। ਕਦਲੀ ਕੇ ਬਗੀਚਨ ਬ੍ਰਿੰਦ ਜਰੇ। ਮਹਾਰਾਜ ਉਹ ਵੇਖੋ ਕਿੰਨੇ ਸੋਹਣੇ ਕੇਲਿਆਂ ਦੇ ਬਗੀਚੇ ਨਜ਼ਰ ਆਉਂਦੇ ਹਨ। ਜੇ ਨਾਰ ਨਾਰ ਸਰੀਰ ਮੈਂ ਚੀਰਨ। ਮਹਾਰਾਜ ਲੋਕ ਬੜੇ ਹੈਰਾਨੀ ਜੇ ਵਾਲੇ ਨੇ ਇੱਥੇ, ਜਿਹੜੇ ਇਸਤਰੀਆਂ ਤੇ ਮਰਦ ਨੇ ਮਹਾਰਾਜ ਉਹਨਾਂ ਨੇ ਕੱਪੜੇ ਹੋਰ ਹੀ ਢੰਗ ਦੇ ਪਾਏ ਹੋਏ, ਕਿਉਂਕਿ ਉਸ ਪਾਸ ਪੰਜਾਬ ਦਾ ਰਹਿਣ ਸਹਿਣ ਤੇ ਉੱਥੋਂ ਦਾ ਰਹਿਣ ਸਹਿਣ ਵਸਤਰਾਂ ਦਾ ਹੋਰ ਪ੍ਰਕਾਰ ਦਾ ਹੈ। ਤੋ ਭਾਈ ਮਰਦਾਨਾ ਜੀ ਪਹਿਲੀ ਵਾਰ ਸਾਹਿਬ ਨਾਲ ਆਏ ਨੇ, ਕਹਿਣ ਲੱਗੇ ਮਹਾਰਾਜ ਇੱਥੋਂ ਦੇ ਲੋਕਾਂ ਨੇ, ਇਸਤਰੀਆਂ ਮਰਦਾਂ ਨੇ ਜਿਹੜੇ ਕੱਪੜੇ ਆ ਸਰੀਰ ਤੇ ਉਹ ਹੋਰ ਪ੍ਰਕਾਰ ਦੇ ਪਾਏ ਹੋਏ ਨੇ। ਆਨ ਹੀ ਰੀਤ ਸੋ ਤਾਹੇ ਤਰੇ। ਮਹਾਰਾਜ ਜੀ ਹੋਰ ਹੀ ਰੀਤ ਦੇ ਵਸਤਰ ਨੇ, ਇਹਨਾਂ ਦੇ ਤਨ ਤੇ ਪੁਸ਼ਾਕਾਂ ਪਾਈਆਂ ਹੋਈਆਂ। ਆਇਸ ਦੇਵੋ ਜਾਵੋ ਮੈਂ ਪੁਰ। ਮਹਾਰਾਜ ਜੀ ਜੇ ਤੁਹਾਡੀ ਆਗਿਆ ਹੋਵੇ, ਤੁਸੀਂ ਆਗਿਆ ਦਿਓ ਤੇ ਮੈਂ ਇਸ ਨਗਰ ਦੇ ਵਿੱਚ ਜਾ ਕੇ ਆਵਾਂ। ਹੀਰ ਪੁਰ ਹੀਰ ਆਹਾਰ ਕਰੋ ਕਹਿ ਥਾਨਾ। ਤੇ ਮਹਾਰਾਜ ਨਗਰ ਵਿੱਚ ਕਿਤੇ ਜਾ ਕੇ ਵੇਖ ਕੇ ਮੈਂ ਪ੍ਰਸ਼ਾਦਾ ਛਕ ਲਵਾਂ, ਭੋਜਨ ਛਕ ਲਵਾਂ। ਇਹ ਵੀ ਭੁੱਖ ਸਤਿਗੁਰਾਂ ਨੇ ਲਾਈ ਆ ਮਰਦਾਨੇ ਨੂੰ, ਕਿਉਂਕਿ ਨੂਰ ਸ਼ਾਹ ਜਾਦੂਗਰਨੀ ਦਾ ਪਾਰ ਉਤਾਰਾ ਕਰਨਾ ਸੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਜੇ ਆਗਿਆ ਹੋਵੇ ਆਗਿਆ ਦਿਓ ਤੇ ਮੈਂ ਇਸ ਨਗਰ ਵਿੱਚ ਜਾ ਕੇ ਪ੍ਰਸ਼ਾਦੇ ਦਾ ਪ੍ਰਬੰਧ ਕਰ ਲਵਾਂ, ਜਾ ਕੇ ਪ੍ਰਸ਼ਾਦਾ ਛਕ ਲਵਾਂ। ਪੂਰ 14 ਮੁਝੇ ਲਾਗ ਰਹੀ। ਮਹਾਰਾਜ ਕਈ ਦਿਨ ਹੋ ਗਏ ਆ ਭੋਜਨ ਨਹੀਂ ਛਕਿਆ, ਭੁੱਖ ਬੜੀ ਡਾਢੀ ਲੱਗੀ ਹੋਈ ਹੈ ਤੇ ਭੁੱਖ ਬਰਦਾਸ਼ਤ ਨਹੀਂ ਪਈ ਹੁੰਦੀ। ਨੈ ਕੂਰ ਕਹੋ ਤੁਮਰੇ ਅਗਵਾਨਾ। ਮਹਾਰਾਜ ਮੈਂ ਝੂਠ ਨਹੀਂ ਬੋਲਦਾ, ਜੇ ਤੁਸੀਂ ਕਹੋ ਵੀ ਮੈਂ ਝੂਠ ਬੋਲਦਾ ਮਹਾਰਾਜ ਐਸਾ ਨਹੀਂ, ਤੁਹਾਡੇ ਸਾਹਮਣੇ ਮੈਂ ਬਿਲਕੁਲ ਸੱਚ ਕਹਿਣਾ, ਭੁੱਖ ਬਹੁਤ ਜ਼ਿਆਦਾ ਡਾਢੀ ਲੱਗੀ ਹੋਈ ਹੈ। ਸ਼੍ਰੀ ਮੁਖ ਵਾਕ ਕਹੇ ਤਹਿ ਸੋ। ਭਾਈ ਮਰਦਾਨਾ ਜੀ ਦੀ ਬੇਨਤੀ ਸੁਣ ਕੇ ਸ੍ਰੀ ਮੁਖਵਾਕ ਗੁਰਦੇਵ ਜੀ ਬੋਲੇ, ਨੈ ਜਾਓ ਜਾਂ ਪੁਰ ਮੈਂ ਮਰਦਾਨਾ। ਮਹਾਰਾਜ ਜੀ ਕਹਿੰਦੇ ਮਰਦਾਨਿਆ ਇਸ ਨਗਰ ਵਿੱਚ ਨਾ ਜਾਈ, ਇਹ ਨਗਰ 'ਚ ਬੜੀਆਂ ਬੁਰੀਆਂ ਬਲਾਵਾਂ ਰਹਿੰਦੀਆਂ। ਵੇਖਣ ਨੂੰ ਬੜਾ ਸੋਹਣਾ ਲੱਗਦਾ ਤੈਨੂੰ ਨਗਰ ਏ, ਪਰ ਇੱਥੇ ਬੜੀਆਂ ਬੁਰੀਆਂ ਬਲਾਵਾਂ ਰਹਿੰਦੀਆਂ, ਤੂੰ ਇਸ ਨਗਰ ਦੇ ਵਿੱਚ ਨਾ ਜਾਈ। ਜਾਨਰੀ ਦੇ ਦੁੱਖ ਦਾਨ ਸਥਾਨ। ਕਿਉਂਕਿ ਇਹ ਆਪਣੇ ਮਨ 'ਚ ਜਾਣ ਲੈ ਵੀ ਇੱਥੇ ਜਾਏਗਾ ਤੇ ਤੈਨੂੰ ਦੁਖੀ ਹੋਣਾ ਪਵੇਗਾ। ਇਹ ਥਾਂ ਤੇਰੇ ਲਈ ਦੁਖਦਾਈ ਸਾਬਤ ਹੋਵੇਗੀ ਜੇ ਤੂੰ ਜਾਵੇਂਗਾ। ਨਾ ਲਾਇਕ ਜਾਣ ਕੇ ਮਨ ਸੋ ਜਾਨਾ। ਮਰਦਾਨਿਆ ਤੂੰ ਸਿਆਣਾ, ਸਾਡੀ ਗੱਲ ਮੰਨ ਲੈ, ਤੇਰੇ ਵਾਸਤੇ ਲਾਇਕ ਨਹੀਂ ਇਹ ਥਾਂ ਕਿ ਤੂੰ ਇੱਥੇ ਜਾਵੇਂ। ਤੇਰੇ ਵਰਗੇ ਸਾਧੂ ਪੁਰਸ਼ਾਂ ਲਈ, ਤੇਰੇ ਜੈਸੇ ਵਿਵੇਕ ਬੁੱਧੀ ਵਾਲਿਆਂ ਵਾਸਤੇ ਇਹ ਨਗਰ ਨਹੀਂ ਹੈ। ਪੁਰ ਤੇ ਬਰ ਜੋ ਡਰ ਦੇ ਔਰ
ਕੋ ਮੁਝ। ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਅੱਗੋਂ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਮੈਨੂੰ ਜਾਣ ਤੋਂ ਵਰਜ ਦਿਓ ਡਰਾ ਕੇ। ਮਹਾਰਾਜ ਮੈਨੂੰ ਡਰਾਵਾ ਦਿੰਦੇ ਹੋ ਤੇ ਡਰਾ ਕੇ ਮੈਨੂੰ ਰੋਕਦੇ ਹੋ, ਵਰਜਦੇ ਹੋ। ਨਾ ਬਾਰੇ ਆਪ ਕਹੂੰ ਕੁਛ ਖਵਾਹਾ। ਮਹਾਰਾਜ ਸੱਚੇ ਪਾਤਸ਼ਾਹ, ਨਾ ਤੁਸੀਂ ਆਪ ਛਕਾਉਂਦੇ ਹੋ ਕੁਝ, ਆਪ ਇੱਥੇ ਭੁੱਖੇ ਲਈ ਫਿਰਦੇ ਹੋ। ਜੇ ਨਗਰ ਹੈ ਕੋਲ ਤੇ ਉੱਥੇ ਮੈਂ ਜਾਣ ਨੂੰ ਕਹਿਣਾ ਤੇ ਮੈਨੂੰ ਡਰਾਈ ਜਾਂਦੇ ਹੋ ਵੀ ਇਹ ਤੇਰੇ ਲਾਇਕ ਨਹੀਂ ਹੈ, ਦੁਖਦਾਈ ਥਾਂ ਹੈ। ਮਹਾਰਾਜ ਆਮ ਨਗਰਾਂ ਵਰਗਾ ਨਗਰ ਹੀ ਹੈ, ਬੰਦਿਆਂ ਵਰਗੇ ਬੰਦੇ ਫਿਰਦੇ ਆ ਇੱਥੇ ਮਹਾਰਾਜ। ਹਾਂ, ਇਹ ਗੱਲ ਵੱਖਰੀ ਆ ਵੀ ਇਹਨਾਂ ਨੇ ਕੱਪੜੇ ਹੋਰ ਤਰ੍ਹਾਂ ਦੇ ਪਾਏ ਐ, ਹੈਣ ਤਾਂ ਮਹਾਰਾਜ ਬੰਦੇ ਹੀ ਨੇ ਨਾ। ਤੇ ਸਤਿਗੁਰੂ ਜੀ ਮੈਨੂੰ ਡਰਾਈ ਜਾਂਦੇ ਹੋ, ਅੰਦਰ ਜਾਣ ਤੋਂ ਰੋਕਦੇ ਹੋ, ਨਾ ਹੀ ਆਪ ਕੁਝ ਛਕਾਉਂਦੇ ਹੋ। ਕਰ ਆਏ ਆਹਾਰ ਨਾਹੀ ਕਰੋ ਨਾ ਕਰ। ਮਹਾਰਾਜ ਜੀ, ਨਾ ਤੁਸੀਂ ਇੱਥੇ ਬੈਠਿਆਂ ਹੱਥ 'ਚ ਥੋੜੀ ਪ੍ਰਸ਼ਾਦਾ ਆ ਜਾਣਾ ਜੇ ਜਾ ਕੇ ਹਿੰਮਤ ਨਾ ਕਰਾਂਗੇ। ਨਗਰ ਵਿੱਚ ਤਾਂ ਜਾਣਾ ਪਵੇਗਾ, ਕਿਸੇ ਨਾਲ ਗੱਲਬਾਤ ਕਰਨੀ ਪਵੇਗੀ, ਕਹਿਣਾ ਪਵੇਗਾ, ਤਾਂ ਹੀ ਦੋ ਪ੍ਰਸ਼ਾਦੇ ਮਿਲਣਗੇ ਛਕਣ ਨੂੰ। ਇੱਥੇ ਬੈਠਿਆਂ ਮਹਾਰਾਜ ਜੀ ਹੱਥ ਵਿੱਚ ਰੋਟੀ ਥੋੜੀ ਆ ਜਾਣੀ ਹੈ। ਕਿਉਂ ਕਰ ਬਾਹਰ ਮੇ ਨਿਰਬਾਹ। ਮਹਾਰਾਜ ਏਦਾਂ ਇੱਥੇ ਬਾਹਰ ਬੈਠਿਆਂ ਕਿਵੇਂ ਨਿਰਬਾਹ ਹੋਵੇਗਾ? ਤੁਹਾਨੂੰ ਤਾਂ ਭੁੱਖ ਨਹੀਂ ਲੱਗਦੀ, ਤੁਸੀਂ ਉਹ ਪੌਣਹਾਰੀ, ਪਰ ਮਹਾਰਾਜ ਮੈਨੂੰ ਤਾਂ ਭੁੱਖ ਲੱਗਦੀ ਆ, ਮੈਂ ਤੁਹਾਡੇ ਨਾਲ ਇੱਥੇ ਬੈਠਿਆਂ ਕੀ ਨਿਰਬਾਹ ਕਰਾਂਗਾ? ਬਿਨ ਭੋਜਨ ਤੇ ਤਨ ਹਾਨ ਬਨੇ। ਮਹਾਰਾਜ ਭੋਜਨ ਤੋਂ ਬਿਨਾਂ ਇਹ ਤਨ ਦੀ ਹਾਨੀ ਹੁੰਦੀ ਹੈ, ਇਹ ਸਰੀਰ ਦਾ ਨੁਕਸਾਨ ਹੁੰਦਾ ਹੈ, ਮੇਰਾ ਸਰੀਰ ਜੀਰਨ ਹੋ ਰਿਹਾ ਹੈ। ਹਟ ਕੋ ਲਗ ਹੋ ਕਰ ਹੋ ਮਨ ਮਹਾ। ਮਹਾਰਾਜ ਜੀ ਕਿੰਨਾ ਕੁ ਚਿਰ ਹੱਠ ਕਰਾਂਗੇ? ਆਖਰਕਾਰ ਇਹ ਵੀ ਸਾਡੇ ਤ੍ਰੈਮਣ ਦੇਰੀ ਹੈ, ਪਰਮੇਸ਼ਰ ਨੇ ਬਣਾਈ, ਇਹ ਵੀ ਅੰਨ ਪਾਣੀ ਦੇ ਆਸਰੇ ਚੱਲਦੀ ਹੈ। ਮਹਾਰਾਜ ਕਿੰਨਾ ਕੁ ਚਿਰ ਹੱਠ ਕਰਕੇ ਭੁੱਖੇ ਰਹਾਂਗਾ? ਅਬ ਦੇਹੋਰ ਜਾਏ ਕੋ ਜਾਏ ਕਹਿ ਜਾਏ ਕੋ। ਅੱਗੇ ਕਈ ਦਿਨ ਬੀਤ ਗਿਆ, ਭੋਜਨ ਨਹੀਂ ਮਿਲਿਆ ਛਕਣ ਨੂੰ। ਹੁਣ ਜੇ ਕੋਈ ਪਿੰਡ ਆਇਆ, ਪਹਿਲਾਂ ਤਾਂ ਮਹਾਰਾਜ ਕਈ ਦਿਨ ਜੰਗਲਾਂ 'ਚ ਲਈ ਫਿਰੇ, ਜੰਗਲਾਂ ਵਿੱਚ ਕੋਈ ਪਿੰਡ ਨਜ਼ਰ ਨਹੀਂ ਸੀ ਆਉਂਦਾ, ਮੈਂ ਆਖਿਆ ਹੀ ਨਹੀਂ ਤੁਹਾਨੂੰ। ਹੁਣ ਜੇ ਪਿੰਡ ਆਇਆ ਤੇ ਉੱਥੇ ਨਹੀਂ ਜਾਣ ਦਿੰਦੇ। ਸਤਿਗੁਰੂ ਜੀ ਕਿਰਪਾ ਕਰੋ, ਆਗਿਆ ਦਿਓ, ਮੈਂ ਤਾਂ ਜਾਣਾ ਹੀ ਜਾਣਾ। ਜਾਵਾਂਗਾ, ਜਾ ਕੇ ਦੋ ਪ੍ਰਸ਼ਾਦੇ ਛਕਾਂਗਾ। ਭੁੱਖ ਦਾ ਵੀ ਤਾਂ ਦੁੱਖ ਹੈ ਨਾ, ਉੱਥੇ ਜਾ ਕੇ ਹੋਰ ਕਿਹੜਾ ਦੁੱਖ ਲੱਗ ਜਾਏਗਾ? ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਇੱਥੇ ਵੀ ਕਿਹੜਾ ਸੁਖੀ ਬੈਠਾ, ਇੱਥੇ ਵੀ ਤਾਂ ਭੁੱਖ ਦਾ ਦੁੱਖ ਹੈ ਡਾਢਾ। ਤੇ ਤੁਸੀਂ ਕਹਿੰਦੇ ਹੋ ਨਗਰ ਵਿੱਚ ਵੀ ਦੁੱਖ ਵਿਆਪੇਗਾ, ਤਾਂ ਮਹਾਰਾਜ ਇੱਕ ਦੁੱਖ ਤਾਂ ਕੱਟਿਆ ਜਾਏਗਾ ਨਾ ਜੇ ਦੂਜਾ ਕੋਈ ਵਿਆਪੇਗਾ। ਉਹ ਅਗਲਾ ਦੁੱਖ ਖਬਰੇ ਆਵਣਾ ਕਿ ਨਹੀਂ ਆਵਣਾ, ਇਹ ਜਿਹੜਾ ਪਹਿਲਾਂ ਆਇਆ ਹੋਇਆ ਇਹਨੂੰ ਦੂਰ ਕਰਨ ਵਾਸਤੇ ਤਾਂ ਮੈਨੂੰ ਜਾਣ ਦਿਓ। ਖਾਏ ਆਗਾਏ ਆਵੋ ਤੁਮ ਪਾਹਾ। ਮਹਾਰਾਜ ਮੈਂ ਜਾ ਕੇ, ਮੈਂ ਕਿਹੜਾ ਉੱਥੇ ਦੇਰੀ ਲਾਣੀ ਹੈ, ਜਾ ਕੇ ਪ੍ਰਸ਼ਾਦਾ ਛਕਾਂਗਾ, ਰੱਜ ਕੇ ਤ੍ਰਿਪਤ ਹੋ ਕੇ ਤੁਹਾਡੇ ਕੋਲ ਆ ਜਾਵਾਂਗਾ। ਨਾਨਕ ਤਾਂ ਮਨ ਕੀ ਮਨ ਜਾਨ। ਸਤਿਗੁਰੂ ਜੀ ਨੇ ਭਾਈ ਮਰਦਾਨੇ ਦੇ ਮਨ ਦੀ ਜਾਣ ਲਈ ਵੀ ਇਹਨੇ ਰੁਕਣਾ ਨਹੀਂ। ਸੋ ਆਨਨ ਬੈਨ ਪਨੇ ਮੁਸਕਾਨੇ। ਮੁਸਕਰਾ ਕੇ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਤੀਰ ਸਰੀਰ ਤਾਰੇ ਨਹਿ ਤੂੰ। ਮਹਾਰਾਜ ਜੀ ਕਹਿੰਦੇ, ਮਰਦਾਨਿਆ ਤੂੰ ਧੀਰਜ ਨਹੀਂ ਰੱਖਦਾ ਸਰੀਰ ਚ, ਤੂੰ ਹੌਸਲਾ ਨਹੀਂ ਕਰਦਾ, ਕਾਹਲੀ ਕਰਦਾ। ਪੁਰ ਮੈਂ ਬਾਰ ਹੇਰੋਂ ਜਾ ਮਰਦਾਨੇ। ਜਾਂ ਫਿਰ ਜੇ ਨਹੀਂ ਮੰਨਦਾ ਤੇ ਵੇਖ ਲੈ ਜਾ ਕੇ ਨਗਰ ਵਿੱਚ, ਆਪ ਜਾ ਕੇ ਵੜ ਕੇ ਵੇਖਿਆ ਨਗਰ ਨੂੰ। ਮਹਾਰਾਜ ਜੀ ਨੇ ਬਚਨ ਕਹਿ ਦਿੱਤਾ, ਬਚਨ ਦੇ ਵਿੱਚ ਬਚਨ ਹੈ ਵੀ ਨਹੀਂ ਮੰਨਦਾ ਤੇ ਜਾ ਫਿਰ ਵੇਖ ਲੈ ਨਗਰ ਵਿੱਚ ਜਾ ਕੇ। ਤੋ ਔਰ ਹੇਰਨ ਚਾਹ ਰਹੇ। ਤੇਰੇ ਮਨ ਦੇ ਵਿੱਚ ਵੇਖਣ ਦੀ ਚਾਹ ਨਾ ਰਹਿ ਜੇ ਵੀ ਮੈਂ ਇਹ ਨਗਰ ਨਹੀਂ ਵੇਖਿਆ। ਨੇ ਖਾਓ ਆਹਾਰ ਆਹੇ ਲਲਚਾਨੇ। ਤੇ ਜਿਹੜੇ ਲਾਲਚ ਵਸ ਹੋ ਕੇ ਚੱਲਿਆ ਵੀ ਪ੍ਰਸ਼ਾਦਾ ਮਿਲੇਗਾ, ਉਹ ਨਹੀਂ ਜੇ ਮਿਲਣਾ ਤੈਨੂੰ। ਜਾ ਕੇ ਜਾ, ਚਲਾ ਜਾ, ਕਿਤੇ ਤੇਰੇ ਮਨ ਦੀ ਇੱਛਾ ਨਾ ਰਹਿ ਜੇ ਵੀ ਮੈਂ ਨਗਰ ਨਹੀਂ ਵੇਖਿਆ। ਜਾ ਵੇਖ ਲੈ ਨਗਰ, ਨਹੀਂ ਮੰਨਦਾ ਤੇ ਜਾ ਫਿਰ ਵੇਖ ਲੈ। ਇਹਦੇ ਵਿੱਚ ਬੜੇ ਗੁੱਝੇ ਭੇਦ ਨੇ, ਨਹੀਂ ਮੰਨਦਾ ਤੇ ਫਿਰ ਵੇਖ ਲੈ, ਯਾਨੀ ਕਿ ਤੇਰੇ ਲਈ ਦੁਖਦਾਈ ਹੋਵੇਗਾ ਉਹ ਨਗਰ। ਸ਼੍ਰੋਨਨ ਯੋ ਸੁਨ ਕੀਨ ਪਿਆਨ। ਭਾਈ ਮਰਦਾਨਾ ਜੀ ਨੇ ਵੇਖਿਆ ਵੀ ਗੁਰੂ ਸਾਹਿਬ ਨੇ ਆਗਿਆ ਦੇ ਦਿੱਤੀ ਜਾਣ ਦੀ, ਕਿ ਸਤਿਗੁਰੂ ਕਹਿੰਦੇ ਜਾ ਜਾ ਕੇ ਵੇਖ ਲੈ। ਅਸਲੀ ਭੇਦ ਨਹੀਂ ਸਮਝਿਆ, ਮਹਾਰਾਜ ਜੀ ਦੇ ਬਚਨਾਂ ਦੀ ਰਮਜ ਨਹੀਂ ਸਮਝੀ। ਅਜਾਨ ਨਾ ਜਾਨੀ ਜੋ ਬੈਨ ਬਖਾਨੀ। ਚੱਲ ਪਏ ਤੇ ਸਤਿਗੁਰੂ ਜੀ ਦੇ ਜਿਹੜੇ ਕਹੇ ਬਚਨ ਸਨ, ਉਹ ਬਚਨਾਂ ਨੂੰ ਨਹੀਂ ਵਿਚਾਰਿਆ। ਪੁਰ ਮੈਂ ਬਾਰ ਕੈ
ਉਰ ਮੈਂ ਹਰ ਖਬਰ। ਭਾਈ ਮਰਦਾਨਾ ਜੀ ਨਗਰ ਵਿੱਚ ਗਏ ਤੇ ਨਗਰ ਦੇ ਵੱਡੇ ਵੱਡੇ ਬਾਜ਼ਾਰ ਵੇਖੇ, ਗਲੀਆਂ ਵੇਖੀਆਂ, ਵੇਖ ਕੇ ਬੜੇ ਖੁਸ਼ ਹੋਏ। ਹੀਰਤ ਨਾਰਨ ਰੂਪਿਆ ਪਾਰੇ। ਬਹੁਤੀਆਂ ਇਸਤਰੀਆਂ ਹੀ ਨਜ਼ਰ ਆਉਂਦੀਆਂ ਸੀ, ਤ੍ਰਿਆ ਰਾਜ ਸੀ ਨਾ ਉੱਥੇ, ਤੋ ਤ੍ਰਿਆ ਰਾਜ ਹੋਣ ਕਰਕੇ ਇਸਤਰੀਆਂ ਬਹੁਤੀਆਂ ਦਿਸਦੀਆਂ ਸਨ। ਤਰੁ ਪਾਤਰ ਮੂਲ ਉਖਾਰਨ ਕੋ। ਇਹੋ ਜੀਆਂ ਜਾਦੂਗਰਨੀਆਂ ਇਸਤਰੀਆਂ ਨੇ ਕਿ ਜਿਹੜੀਆਂ ਦਰਖਤ ਰੂਪੀ ਪੱਤਿਆਂ ਦੇ ਸਮੇਤ ਦਰਖਤਾਂ ਨੂੰ ਪੁੱਟਣ ਵਾਸਤੇ ਕਰਨੀ ਸੀ ਆਹੇ ਵਿਚਾਰ ਬਿਹਾਰੇ। ਇਹ ਹਾਥੀ ਦੇ ਹੱਥਣੀਆਂ ਦੇ ਸਮਾਨ ਨੇ। ਜਿਵੇਂ ਕੋਈ ਹੱਥਣੀ ਕਿਸੇ ਦਰਖਤ ਨੂੰ ਪੁੱਟ ਸੁੱਟਦੀ ਹੈ, ਏਦਾਂ ਇਹ ਵੱਡੇ ਵੱਡੇ ਲੋਕਾਂ ਨੂੰ ਆਪਣੇ ਜਾਦੂ ਨਾਲ ਵਸ ਕਰ ਲੈਂਦੀਆਂ ਸਨ। ਸਿਰ ਬਾਰ ਸਵਾਰ ਕੈ ਅੰਜਨ ਡਾਰ। ਇਹ ਵਿਭਚਾਰਣੀਆਂ ਇਸਤਰੀਆਂ ਨੇ ਬਹੁਤੀਆਂ, ਜਿਹੜੀਆਂ ਇੱਥੇ ਰਹਿੰਦੀਆਂ ਨੇ, ਵਿਭਚਾਰ ਭੋਗਦੀਆਂ ਨੇ। ਸੋਹਣੇ ਸਰੂਪ ਬਣਾਏ ਇਹਨਾਂ ਨੇ, ਸਿਰਾਂ ਦੇ ਵਾਲ ਵਾਹੇ ਹੋਏ ਨੇ, ਅੱਖਾਂ ਦੇ ਵਿੱਚ ਅੰਜਨ ਕੱਜਲ ਵਗੈਰਾ ਜਿਹੜਾ ਉਹ ਪਾਇਆ ਹੋਇਆ ਹੈ। ਸ਼ਿੰਗਾਰ ਸੁਧਾਰ ਕਟਾਛ ਨਿਹਾਰੇ। ਬੜੇ ਸੋਹਣੇ ਸ਼ਿੰਗਾਰ ਸਰੀਰ ਤੇ ਕੀਤੇ ਹੋਏ ਨੇ ਇਹਨਾਂ ਨੇ, ਤੇ ਨਿਗਾਹ ਮਾਰ ਕੇ ਵੇਖਦੀਆਂ ਹਨ। ਨਰ ਜੋ ਪਰਦੇਸੀ ਕਰੇ ਪਰਵੇਸ਼। ਜਦੋਂ ਕੋਈ ਪਰਦੇਸੀ ਬੰਦਾ, ਕੋਈ ਪਰਦੇਸੀ ਨਰ ਉਹ ਇਹਨਾਂ ਦੇ ਨਗਰ ਦੇ ਵਿੱਚ ਪ੍ਰਵੇਸ਼ ਕਰਦਾ ਤੇ ਬੜੇ ਧਿਆਨ ਨਾਲ ਵੇਖਦੀਆਂ ਨੇ। ਬਸੀ ਕਰ ਲੇਤ ਹੈ ਮੰਤਰ ਉਚਾਰੇ। ਉਹਦੇ ਤੇ ਆਪਣਾ ਮੰਤਰ ਪੜ੍ਹ ਕੇ ਇਹੋ ਜਿਹਾ ਟੂਣਾ ਕਰਦੀਆਂ, ਇਹੋ ਜਿਹਾ ਜਾਦੂ ਕਰਦੀਆਂ ਨੇ ਕਿ ਉਹਨਾਂ ਨੂੰ ਆਪਣੇ ਵਸ ਵਿੱਚ ਕਰ ਲੈਂਦੀਆਂ ਹਨ। ਦੋਹਰਾ ਰਮਤ ਪੁਰਖ ਸੋ ਤਖਤ ਨੇ ਅਸ ਕੁਲਟਾ ਤੇ ਨਾਰ। ਇਹੋ ਜੀਆਂ ਕੁਲੱਖਣੀਆਂ ਕੁਲਟਾ ਇਸਤਰੀਆਂ ਹਨ ਵਿਭਚਾਰਣੀਆਂ ਕਿ ਵਿਭਚਾਰ ਭੋਗਦੀਆਂ ਨਹੀਂ ਥੱਕਦੀਆਂ। ਪਤ ਕੋ ਰਾਖੇ ਸਬਸ ਕਰ ਆਪ ਕਰੇ ਵਿਭਚਾਰ। ਔਰ ਆਪਣੇ ਪਤੀਆਂ ਨੂੰ ਵੀ ਇਹਨਾਂ ਨੇ ਧੂਰ ਕੇ ਤੇ ਉਹਨਾਂ ਨੂੰ ਵਸ ਕੀਤਾ ਹੋਇਆ, ਤੇ ਆਪ ਆਪਣੇ ਕਰੈਕਟਰਾਂ ਤੋਂ, ਕਿਰਦਾਰਾਂ ਤੋਂ ਡਿੱਗੀਆਂ ਵਿਭਚਾਰ ਭੋਗਦੀਆਂ ਨੇ। ਇਹੋ ਜੀਆਂ ਇਸਤਰੀਆਂ ਸਨ। ਕਬਿਤ ਜਬ ਮਰਦਾਨਾਪੁਰ ਮਦ ਮੈਂ ਪਿਆਨਾ। ਕਹਿੰਦੇ ਜਦੋਂ ਭਾਈ ਸਾਹਿਬ ਭਾਈ ਮਰਦਾਨਾ ਜੀ ਇਸ ਨਗਰ ਦੇ ਵਿੱਚ ਆਏ, ਤਬ ਗਇਓ ਇੱਕ ਥਾਨ ਇਤ ਲੈਨ ਕੇ ਆਹਾਰਿਆ। ਭਾਈ ਸਾਹਿਬ ਭਾਈ ਮਰਦਾਨਾ ਜੀ ਆਪਣੀ ਮੌਜ ਵਿੱਚ ਸਤ ਕਰਤਾਰ ਕਹਿੰਦੇ ਜਾ ਰਹੇ ਹੈ। ਇੱਕ ਘਰ ਦੇ ਕੋਲ ਗਏ, ਉਸ ਘਰ ਕੋਲ ਭੋਜਨ ਮੰਗਣ ਵਾਸਤੇ ਪਹੁੰਚੇ। ਬੈਸੀ ਚਾਰੂ ਨਾਰ ਚਾਰੂ ਨੈਣ ਸੋ ਨਿਹਾਰੇਸ। ਉੱਥੇ 4 ਇਸਤਰੀਆਂ ਇਕੱਠੀਆਂ ਹੋ ਕੇ ਬੈਠੀਆਂ ਹੋਈਆਂ। ਉਹਨਾਂ ਜਦੋਂ ਭਾਈ ਮਰਦਾਨੇ ਵੱਲ ਵੇਖਿਆ ਵੀ ਇਹ ਕੋਈ ਵਿਦੇਸ਼ੀ ਨਰ ਜਾਪਦਾ, ਸਾਡੇ ਦੇਸ਼ ਦਾ ਨਹੀਂ ਹੈ, ਉਹਨਾਂ ਨੇ ਧਿਆਨ ਨਾਲ ਵੇਖਿਆ। ਬਚਨ ਪਰਸ ਪਰ ਬਿਦਦ ਉਚਾਰਿਆ। ਭਾਈ ਸਾਹਿਬ ਭਾਈ ਮਰਦਾਨਾ ਜੀ ਬੜੇ ਸੋਹਣੇ ਸਵਰੂਪ ਸਨ, ਉੱਚਾ ਲੰਮਾ ਕੱਦ ਸੀ, ਵਿਸ਼ਾਲ ਸਰੀਰ ਸੀ ਭਾਈ ਮਰਦਾਨਾ ਜੀ ਦਾ। ਉਹਨਾਂ 4 ਇਸਤਰੀਆਂ ਨੇ ਭਾਈ ਮਰਦਾਨੇ ਵੱਲ ਵੇਖਿਆ ਤੇ ਆਪਸ ਵਿੱਚ ਆਪਣੀ ਬੋਲੀ ਵਿੱਚ, ਜਿਹੜੀ ਉੱਥੋਂ ਦੀ ਬੋਲੀ ਆ ਕਾਮਰੂ ਦੇਸ਼ ਦੀ, ਉਹ ਆਪਣੀ ਬੋਲੀ 'ਚ ਗੱਲਾਂ ਕਰਦੀਆਂ ਹਨ। ਇੱਕ ਕਹੇ ਮੋਰੋ ਇਹ, ਦੂਜੀ ਕਹੇ ਮੀਤ ਮੋਏ। ਇੱਕ ਕਹਿਣ ਲੱਗੀ ਵੀ ਇਹ ਮੇਰਾ ਸ਼ਿਕਾਰ ਹੈ, ਤੇ ਦੂਜੀ ਕਹਿੰਦੀ ਨਾ ਜੀ ਇਹ ਮੇਰਾ ਮਿੱਤਰ ਹੈ। ਤੀਜੀ ਕਹੇ ਪੂਰਬ ਮੈਂ ਤੁਮ ਤੇ ਨਿਹਾਰਿਆ। ਤੀਜੀ ਕਹਿੰਦੀ ਤੁਹਾਡਾ ਨਹੀਂ ਇਹਦੇ ਤੇ ਕੋਈ ਵਸ, ਤੁਹਾਡੇ ਤੋਂ ਪਹਿਲਾਂ ਮੈਂ ਇਹਨੂੰ ਵੇਖਿਆ, ਮੇਰਾ ਇਹਦੇ ਤੇ ਹੱਕ ਹੈ। ਚੌਥੀ ਉੱਠ ਤਾਤਕਾਲ ਤੰਤ ਗੇਰ ਗਰੀਬ ਮਾਏ। ਤਿੰਨੇ ਹਲੇ ਆਪਸ ਵਿੱਚ ਬਹਿਸ ਹੀ ਕਰੀ ਜਾਂਦੀਆਂ ਸੀ ਕਿ ਇੰਨੇ ਨੂੰ ਜਿਹੜੀ ਚੌਥੀ ਸੀ ਉਹ ਗਈ ਭੱਜ ਕੇ, ਉਹਦੇ ਹੱਥ ਵਿੱਚ ਇੱਕ ਧਾਗਾ ਜਿਹਾ ਸੀ, ਰੱਸੀ ਜੀ, ਉਹ ਜਾ ਕੇ ਉਹਨੇ ਭਾਈ ਮਰਦਾਨਾ ਜੀ ਦੇ ਕੰਠ 'ਚ ਪਾ ਲਈ। ਲੀਨੋ ਕਰ ਮੇਡਾ ਦਾਮ ਦੀਨਗਰ ਡਾਰਿਆ। ਔਰ ਗਲ 'ਚ ਪਾ ਕੇ ਰੱਸੀ ਭਾਈ ਮਰਦਾਨੇ ਨੂੰ ਮਹਿੰਡਾ ਬਣਾ ਲਿਆ, ਜਿਹਨੂੰ ਆਪਾਂ ਭੇਡੂ ਕਹਿੰਦੇ ਆ। ਏਦਾਂ ਦਾ ਕਹਿੰਦੇ ਧੂਰਤ ਜਾਂ ਜਾਦੂ ਜਿਹਾ ਕਰਕੇ ਭਾਈ ਮਰਦਾਨੇ ਨੂੰ ਕਾਬੂ ਕਰ ਲਿਆ। ਸਵਈਆ ਮਾਨਵ ਦੇਹ ਗਈ ਪਲਟੀ, ਤਬ ਇੰਡਕ ਰੂਪ ਸੋ ਦੀਸਨ ਲਾਗਾ। ਭਾਈ ਮਰਦਾਨੇ ਦੀ ਦੇਹ ਜਿਹੜੀ ਸੀ ਸਰੀਰ ਮਨੁੱਖ ਦੀ, ਉਹਨਾਂ ਨੂੰ ਉਹ ਨਹੀਂ ਨਜ਼ਰ ਆ ਰਹੀ ਹੁਣ,
ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਆਪਣੀ ਜਿਹੜੀ ਦੇਹ ਹੈ ਉਹ ਏਂਡਕ ਕਹਿੰਦੇ ਆ, ਭੇਡੂ ਦੀ ਜਿਹੜੀ ਆ ਉਹ ਨਜ਼ਰ ਆਉਂਦੀ ਹੈ। ਏਦਾਂ ਮੇਂਢੇ ਦੇ ਸਰੀਰ ਦੇ ਵਿੱਚ ਨਜ਼ਰ ਆਉਂਦੇ ਹਨ। ਗਰੀਵ ਮੈਂ ਗੇਰ ਕੈ ਦਾਮਨ ਬੰਧਨ ਬਾਂਧ ਦੇਓ ਕਿਲ ਕੰਜਨ ਭਾਗਾ। ਜਿਹੜੀ ਗਲ 'ਚ ਰੱਸੀ ਪਾਈ ਸੀ ਮਰਦਾਨਾ ਜੀ ਦੇ ਕੰਠ ਦੇ ਵਿੱਚ, ਉਹ ਇਹਨੇ ਲਾਗੇ ਇੱਕ ਕਿੱਲੀ ਸੀ, ਇਸਤਰੀ ਨੇ ਉੱਥੇ ਬੰਨ੍ਹ ਦਿੱਤੀ ਵੀ ਕਿਤੇ ਭੱਜ ਨਾ ਜਾਏ, ਨੱਠ ਨਾ ਜਾਏ। ਰੂਪੇ ਤੇ ਸੋ ਕਾ ਰੂਪ ਪਇਓ ਪੁਨ ਮਾਰਤ ਨਾਸਨ ਸੋ ਫੋਰੜਾਗਾ। ਕਹਿੰਦੇ ਸੋਹਣੇ ਸਰੂਪ ਤੋਂ ਇੱਕਦਮ ਭਾਈ ਮਰਦਾਨਾ ਜੀ ਕਰੂਪ ਹੋ ਗਏ, ਨਾਸਕਾ ਦੇ ਨਾਲ ਫੁਰੜਾਉਂਦੇ ਐ, ਪਰ ਹਿਰਦੇ ਵਿੱਚ ਸੋਝੀ ਹੈ। ਸਰੀਰ ਉਹਨਾਂ ਨੂੰ ਨਜ਼ਰ ਆਉਂਦਾ ਹੈ ਵੀ ਮੇਂਢੇ ਦਾ ਹੋ ਗਿਆ, ਪਰ ਸਤਿਗੁਰਾਂ ਦਾ ਸਿਮਰਨ ਭਜਨ ਕਰਦੇ ਐ, ਇਸ ਕਰਕੇ ਹਿਰਦੇ 'ਚ ਸੋਝੀ ਹੈ ਕਿ ਮੈਂ ਮਰਦਾਨਾ ਆ ਔਰ ਸਤਿਗੁਰਾਂ ਦਾ ਸੇਵਕ ਆ। ਆਮ ਕਰਕੇ ਜਦੋਂ ਇਦਾਂ ਦਾ ਕਿਸੇ ਤੇ ਜਾਦੂ ਹੁੰਦਾ ਹੈ, ਖਾਲਸਾ ਜੀ ਇਹਨੂੰ ਮੈਸਮਰਿਕ ਪ੍ਰਭਾਵ ਕਹਿੰਦੇ ਐ, ਮੈਸਰਿਜ਼ਮ ਕਹਿ ਦਿੰਦੇ ਐ, ਵੀ ਜਾਦੂ ਕਰਕੇ ਉਹਨੂੰ ਇਦਾਂ ਪ੍ਰਤੀਤ ਕਰਾਉਣਾ ਵੀ ਬੰਦਾ ਹੋ ਕੇ ਵੀ ਆਪਣੇ ਆਪ ਨੂੰ ਕੋਈ ਨਾ ਕੋਈ ਜਾਨਵਰ ਸਮਝ ਲੈਂਦਾ ਹੈ, ਪਸ਼ੂ ਸਮਝ ਲੈਂਦਾ, ਉਦਾਂ ਦਾ ਉਹਦੇ ਤੇ ਪ੍ਰਭਾਵ ਪਾ ਲੈਂਦੇ ਐ। ਪਰ ਉਹਨਾਂ ਨੂੰ ਚੇਤਾ ਨਹੀਂ ਹੁੰਦਾ, ਸਿਮਰਤੀ ਉਹਨਾਂ ਨੂੰ ਭੁੱਲ ਜਾਂਦੀ ਹੈ ਵੀ ਅਸੀਂ ਕੀ ਹਾਂ। ਪਰ ਭਾਈ ਮਰਦਾਨਾ ਜੀ ਦਾ ਹਿਰਦਾ ਸ਼ੁੱਧ ਹੈ, ਸਤਿਗੁਰਾਂ ਦਾ ਸਿਮਰਨ ਕਰਦੇ ਆ, ਭਜਨ ਕਰਦੇ, ਇਸ ਕਰਕੇ ਹਿਰਦੇ 'ਚ ਉਹਨਾਂ ਨੂੰ ਸੋਝੀ ਹੈ। ਬਾਹਰੋਂ ਸਰੀਰ ਜਿਹੜਾ ਉਹਨਾਂ ਦਾ ਜ਼ਰੂਰ ਕਰੂਪ ਹੋ ਗਿਆ। ਜਾਨਤ ਹੈ ਮਨ ਮੈਂ ਸਭ ਹੀ ਸੁਧ ਜੋਰ ਚਲੇ ਨਹਿ ਬੰਦ ਜੇ ਤਿਆਗਾ। ਮਨ ਵਿੱਚ ਸਭ ਕੁਝ ਜਾਣਦੇ ਆ ਪਰ ਜ਼ੋਰ ਨਹੀਂ ਪਿਆ ਚੱਲਦਾ, ਰੱਸੀ ਬੱਧੀ ਹੋਈ ਹੈ। ਸਰੀਰ ਏਦਾਂ ਉਹਨਾਂ ਨੂੰ ਆਪਣਾ ਨਜ਼ਰ ਹੀ ਆ ਰਿਹਾ ਜਿਵੇਂ ਮੇਂਢੇ ਦਾ ਹੁੰਦਾ ਹੈ। ਇਸ ਕਰਕੇ ਮਨ 'ਚ ਸਭ ਕੁਝ ਜਾਣਦੇ ਆ ਪਰ ਕੁਝ ਜ਼ੋਰ ਨਹੀਂ ਚੱਲਦਾ, ਉਸ ਬੰਧਨ ਨੂੰ ਛੱਡ ਨਹੀਂ ਸਕਦੇ ਜਿਹੜਾ ਪਾਇਆ ਹੋਇਆ ਹੈ। ਉਰ ਵੀ ਸੂਰਤ ਹੈ ਔਰ ਮੈਂ, ਹਿਰਦੇ ਵਿੱਚ ਭਾਈ ਮਰਦਾਨਾ ਜੀ ਝੂਰਦੇ ਹਨ। ਤੀਏ ਧੂਰਤ ਕੀਨ ਮੈਥੋ ਅਨਜਾਨਾ। ਕਿ ਇਹ ਇਸਤਰੀਆਂ ਤਾਂ ਠੱਗ ਨੇ, ਜਾਦੂਗਰਨੀਆਂ ਨੇ, ਤੇ ਮੈਂ ਇਹਨਾਂ ਨੂੰ ਨਹੀਂ ਸੀ ਜਾਣਿਆ। ਨਾਨਕ ਬੈਨ ਨਾ ਮਾਨੇ ਮਨੰ। ਕਿ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਮੈਨੂੰ ਰੋਕਿਆ ਵੀ, ਪਰ ਮੈਂ ਉਹਨਾਂ ਦਾ ਬਚਨ ਨਹੀਂ ਮੰਨਿਆ। ਖਾਲਸਾ ਜੀ, ਭਾਈ ਮਰਦਾਨੇ ਨੂੰ ਭੁੱਖ ਤਾਂ ਹੀ ਲਾਈ ਸੀ ਮੇਰੇ ਸਾਹਿਬ ਨੇ ਕਿਉਂਕਿ ਖੇਡ ਵਰਤਾਉਣੀ ਸੀ। ਇੱਥੇ ਰਹਿਣ ਵਾਲੀਆਂ ਆਪਣੇ ਕਿਰਦਾਰ ਤੋਂ ਡਿੱਗੀਆਂ ਇਸਤਰੀਆਂ ਨੂੰ ਸੋਝੀ ਦੇਣੀ ਸੀ। ਨੂਰ ਸ਼ਾਹ ਜਾਦੂਗਰਨੀ ਦਾ ਪਾਰ ਉਤਾਰਾ ਸਾਹਿਬਾਂ ਨੇ ਕਰਨਾ ਸੀ। ਉਹਦੇ ਲਈ ਇਹ ਸਾਰੀ ਖੇਡ ਸਤਿਗੁਰਾਂ ਦੀ ਆਪਣੀ ਰਚੀ ਹੋਈ ਹੈ। ਭਾਈ ਮਰਦਾਨਾ ਜੀ ਸੋਚਦੇ ਐ ਕਿ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਨਹੀਂ ਮੰਨਿਆ, ਗੁਰਦੇਵ ਨੇ ਮੈਨੂੰ ਰੋਕਿਆ ਸੀ। ਦੁਖੀਆਂ ਤੇ ਸਰਾਹੋਂ ਆਪਣੇ ਪਾਨਾ। ਮੈਂ ਇਹ ਦੁੱਖ ਆਪਣੇ ਹੱਥੀਂ ਸਹੇੜਿਆ, ਗੁਰੂ ਸਾਹਿਬ ਨੇ ਰੋਕਿਆ ਸੀ ਪਰ ਮੈਂ ਇਹ ਦੁੱਖ ਆਪ ਆਪਣੇ ਹੱਥੀਂ ਸਹੇੜਿਆ। ਜੋ ਨਹੀਂ ਤੂੰ ਕੋ ਨਾ ਮਾਨਤ ਬੈਨ। ਇਹ ਸੰਸਾਰ ਐਸਾ ਹੈ ਕਿ ਜਿਹੜਾ ਕੋਈ ਆਪਣੇ ਹਿਤੈਸ਼ੀ ਦਾ ਬਚਨ ਨਾ ਮੰਨੇ, ਤੁਹਾਡੇ ਨਾਲ ਕੋਈ ਹਿੱਤ ਕਰਦਾ, ਪ੍ਰੇਮ ਕਰਦਾ ਤੇ ਤੁਹਾਡੇ ਭਲੇ ਦੀ ਗੱਲ ਕਰੇਗਾ, ਤੇ ਤੁਹਾਡੇ ਨਾਲ ਹਿੱਤ ਕਰਨ ਵਾਲੇ ਦਾ ਜੇ ਕੋਈ ਤੁਸੀਂ ਉਹਦੀ ਕੋਈ ਚੰਗੀ ਗੱਲ ਹੈ ਉਹ ਨਾ ਮੰਨੋਗੇ, ਕੋ ਪ੍ਰਾਪਤ ਹੋਏ ਦੁਖ ਮੋਏ ਸਮਾਨਾ। ਭਾਈ ਮਰਦਾਨਾ ਜੀ ਕਹਿੰਦੇ ਫਿਰ ਉਹਨੂੰ ਦੁਖੀ ਹੋਣਾ ਹੀ ਪਵੇਗਾ। ਜੇ ਕੋਈ ਭਲੇ ਦੀ ਗੱਲ ਕਵੇ ਤੇ ਉਹਨੂੰ ਨਾ ਮੰਨੇ ਤੇ ਹੋਵੇ ਵੀ ਤੁਹਾਡਾ ਹਿਤੈਸ਼ੀ, ਤੁਹਾਡਾ ਹਿਤੂ ਹੋਵੇ ਤੇ ਉਹਦੀ ਗੱਲ ਤੁਸੀਂ ਨਾ ਮੰਨੋ ਤੇ ਫਿਰ ਦੁੱਖ ਤਾਂ ਪਾਉਣਾ ਹੀ ਪਵੇਗਾ ਨਾ। ਉਹ ਭਲੇ ਦੀ ਗੱਲ ਕਹੇ ਤੇ ਨਾ ਮੰਨੋ, ਫਿਰ ਏਦਾਂ ਹੀ ਦੁੱਖ ਪਾਉਣਾ ਪੈਂਦਾ। ਦੇਸ਼ ਨਿਕੇਤ ਕਹਾਂ ਹਮਰੋ। ਭਾਈ ਸਾਹਿਬ ਸੋਚਦੇ ਹੋ ਕਿੱਥੇ ਰਾਏ ਭੋਏ ਦੀ ਤਲਵੰਡੀ ਤੇ ਕਿੱਥੇ ਕਾਮਰੂ ਦੇਸ਼, ਕਿੰਨਾ ਲੰਮਾ ਪੈਂਡਾ ਤੈਅ ਕਰਕੇ ਆਇਆ ਇੱਥੇ, ਤੇ ਸੋਚਦੇ ਨੇ ਵੀ ਇੱਥੇ ਮੇਰਾ ਦੇਸ਼ ਤੇ ਮੇਰਾ ਘਰ ਨਹੀਂ ਹੈ ਨੇੜੇ। ਕਿਤ ਆਨ ਫਸਿਓ ਪਰਦੇਸ਼ ਸਥਾਨਾ। ਮੈਂ ਇਸ ਪਰਦੇਸ ਵਿੱਚ ਆ ਕੇ ਕਿੱਥੇ ਫਸ ਗਿਆ, ਇਹ ਤਾਂ ਪਰਦੇਸ਼ ਹੈ, ਇੱਥੇ ਆ ਕੇ ਕਿੱਥੇ ਫਸ ਗਿਆ। ਕੌਣ ਬਤਾਵੇ ਜਾਏ ਅਬੇ ਸੁਧ। ਭਾਈ ਸਾਹਿਬ ਸੋਚਦੇ ਆ ਮਨ ਹੀ ਮਨ ਵੀ ਹੁਣ ਸਤਿਗੁਰਾਂ ਨੂੰ ਕੌਣ ਦੱਸੇਗਾ ਜਾ ਕੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਮੇਰੀ ਇਹ ਜਿਹੜੀ ਦਸ਼ਾ ਹੋਈ ਹੈ ਇਹਦੇ ਬਾਰੇ ਕੌਣ ਜਾ ਕੇ ਦੱਸੇਗਾ। ਆਨ ਛੋਡਾਵੇ ਮੋ ਪ੍ਰਭ ਜੀਉ। ਹੁਣ ਕੌਣ ਹੈ ਜਿਹੜਾ ਆ ਕੇ ਮੈਨੂੰ ਛਡਾਵੇ। ਸਤਿਗੁਰਾਂ ਦੇ ਕੋਲ ਜਾ ਕੇ ਕੌਣ ਸੁਨੇਹਾ ਦੇਵੇ ਤੇ ਮੇਰੇ ਪ੍ਰਭੂ ਜੀ ਆਉਣ
ਤੇ ਆ ਕੇ ਮੈਨੂੰ ਇੱਥੋਂ ਛੁਡਾ ਲੈਣ। ਬੋਲਣ ਕੀ ਸ਼ਕਤੀ ਨਾ ਰਹੀ ਮੁਝ, ਹੁਣ ਬੋਲਣ ਦੀ ਵੀ ਸ਼ਕਤੀ ਨਹੀਂ ਰਹੀ, ਮੂੰਹ ਤੋਂ ਬੋਲ ਨਹੀਂ ਹੁੰਦਾ। ਬੈਨ ਪੁਕਾਰ ਕਹੋ ਕਿ ਕਿਦ ਬਿਦ ਕੇ, ਤੇ ਮੈਂ ਆਪਣੇ ਮੂੰਹੋਂ ਬੋਲ ਬੋਲ ਕੇ ਕਿਵੇਂ ਕਹਾਂ, ਕਿਉਂਕਿ ਮੁੱਖੋਂ ਨਹੀਂ ਬੋਲ ਹੋ ਰਿਹਾ, ਹਿਰਦੇ 'ਚ ਤਾਂ ਮੈਂ ਗੱਲ ਸੋਚ ਰਿਹਾ, ਪਰ ਮੂੰਹ ਤੋਂ ਚਾਹ ਕੇ ਵੀ ਬੋਲ ਨਹੀਂ ਪਾ ਰਿਹਾ। ਕਿਵੇਂ ਪੁਕਾਰ ਕਰਕੇ ਆਵਾਜ਼ ਮਾਰਾਂ ਸਤਿਗੁਰਾਂ ਨੂੰ। ਕੈਸੇ ਛੋਟੋਂ ਚਿਤ ਵਿੱਚ ਵਿਚਾਰਤ, ਕਿਵੇਂ ਛੋਟਾ ਮੈਂ, ਕਿਵੇਂ ਮੁਕਤ ਹੋਵਾਂ ਚਿੱਤ 'ਚ ਵਿਚਾਰ ਦੇ ਭਾਈ ਸਾਹਿਬ ਜੀ। ਆਤੁਰਤਾ ਔਰ ਤਾਰਤ ਏਉ, ਹਿਰਦੇ ਵਿੱਚ ਬੜੀ ਵਿਆਕੁਲਤਾ ਤੇ ਬੇਬਲਤਾਈ ਸੋਚਦੇ ਆ, ਵਿਚਾਰਦੇ ਆ। ਜਾਣਤ ਜੋ ਸਭ ਕੇ ਕਾਟੇ ਅੰਤਰ, ਫਿਰ ਸੋਚਦੇ ਬੋਲ ਕੇ ਤੇ ਤਾਂ ਕਿਹਾ ਜਾਵੇ, ਕਿਸੇ ਦੇ ਹੱਥ ਸੁਨੇਹਾ ਤਾਂ ਭੇਜਿਆ ਜਾਵੇ, ਜੇ ਸਤਿਗੁਰੂ ਜੀ ਜਾਣਦੇ ਨਾ ਹੋਣ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭਾਈ ਸਾਹਿਬ ਮਨ ਹੀ ਮਨ ਸੋਚਦੇ ਵੀ ਉਹ ਤਾਂ ਅੰਤਰਜਾਮੀ ਹੈ, ਦਿਲਾਂ ਦੀਆਂ ਬੁੱਝ ਲੈਂਦੇ ਆ, ਹਿਰਦਿਆਂ ਦੀਆਂ ਜਾਣ ਲੈਂਦੇ ਹਨ, ਅੰਤਰਜਾਮੀ ਹਨ। ਤੋ ਅਬ ਸ਼੍ਰੀ ਪ੍ਰਭੇ ਆਨ ਛਟਿਓ, ਤੇ ਕਹਿੰਦੇ ਹੈ ਸਾਹਿਬ ਜੇ ਅੰਤਰਜਾਮੀ ਹੋ, ਮੇਰੇ ਹਿਰਦੇ ਦੀ ਬੁੱਝਦੇ ਹੋ, ਤੇ ਜਾਣੀ ਜਾਣ ਸੁਆਮੀ ਜੀ ਆਓ ਤੇ ਆ ਕੇ ਮੈਨੂੰ ਛੁਡਾ ਲਵੋ। ਦੋਹਰਾ ਏ ਬਿਦ ਉਰ ਮੈਂ ਤਾਰ ਕੈ, ਦੈ ਦਿਸ਼ ਸੋ ਦ੍ਰਿਗ ਦੀਨ। ਏਦਾਂ ਮਨ 'ਚ ਸੋਚ ਕੇ ਵਿਚਾਰ ਕੇ ਭਾਈ ਮਰਦਾਨਾ ਜੀ ਦਸਾਂ ਦਿਸ਼ਾਵਾਂ 'ਚ ਸੱਜੇ ਖੱਬੇ ਵੇਖਦੇ ਨੇ। ਆਵਨ ਗੁਰ ਕੋ ਹੇਰਈ, ਪ੍ਰੇਮ ਚਰਨ ਕੋ ਕੀਨ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਪ੍ਰੇਮ ਹਿਰਦੇ 'ਚ ਵਸਾ ਕੇ ਵੇਖਦੇ ਆ ਵੀ ਇਧਰੋਂ ਆਉਂਦੇ ਨੇ, ਇਧਰੋਂ ਆਉਂਦੇ ਆ, ਚਾਰੇ ਪਾਸੇ ਨਿਗਾਹ ਮਾਰ ਕੇ ਤੱਕਦੇ ਹਨ। ਸਵਈਆ ਦੋਏ ਮਹੂਰਤ ਬੀਤ ਗਏ ਜਦ, ਦੋ ਘੜੀਆਂ ਬੀਤ ਗਈਆਂ। 24 ਮਿੰਟ ਦਾ 24 ਮਿੰਟ ਦਾ ਇੱਕ ਮਹੂਰਤ ਹੁੰਦਾ। ਕਹਿੰਦੇ ਜਦੋਂ ਦੋ ਘੜੀਆਂ ਬੀਤ ਗਈਆਂ, ਸ਼੍ਰੀ ਗੁਰ ਬੈਨ ਕਹੇ ਸੁਨ ਬਾਲਾ। ਭਾਈ ਮਰਦਾਨਾ ਜੀ ਵਾਪਸ ਨਹੀਂ ਆਏ ਤੇ ਸਤਿਗੁਰੂ ਜੀ ਭਾਈ ਬਾਲੇ ਨੂੰ ਕਹਿੰਦੇ ਆਨੇ ਤਾਈ ਆਬੇ ਚੱਲ ਕੇ। ਮਹਾਰਾਜ ਜੀ ਕਹਿੰਦੇ ਚੱਲ ਬਾਲਿਆ, ਭਾਈ ਮਰਦਾਨੇ ਨੂੰ ਲੈ ਆਈਏ ਚੱਲ ਕੇ। ਆਇਆ ਨਹੀਂ ਜੇ ਮਰਦਾਨਾ, ਚੱਲ ਚੱਲ ਕੇ ਲੈ ਆਈਏ। ਉਠ ਠਾਂਡ ਪਾਏ ਸੁਖ ਦਾਤਤ ਕਾਲਾ। ਇਹ ਕਹਿ ਕੇ ਸੁਖ ਦਾਤੇ ਸਤਿਗੁਰੂ ਜੀ ਉੱਠ ਕੇ ਖਲੋ ਗਏ। ਹੈ ਕੇ ਥਾਨ ਚਲੇ ਕੇ ਆਪ। ਭਾਈ ਬਾਲਾ ਜੀ ਪੁੱਛਦੇ ਮਹਾਰਾਜ ਜੀ ਵੀ ਹੈ ਕਿਹੜੇ ਥਾਂ ਹੋਣਾ ਮਰਦਾਨਾ, ਨਗਰ ਏਡਾ ਵੱਡਾ ਤੇ ਤੁਸੀਂ ਕਿੱਥੇ ਚੱਲੇ ਹੋ, ਇੱਕਦਮ ਅਚਾਨਕ ਕਿਵੇਂ ਚੱਲੇ ਹੋ? ਬਤਾਵੋ ਬੂਝੇ ਮੈਂ ਐਸ ਕਿਰਪਾਲਾ। ਇਹ ਕਿਰਪਾਲੂ ਸਤਿਗੁਰੂ ਜੀ ਅਚਾਨਕ ਆਪ ਜੀ ਉੱਠ ਕੇ ਚੱਲੇ ਹੋ ਕਾਹਲੀ ਨਾਲ, ਵੀ ਕੀ ਗੱਲ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਦੱਸੋ। ਇਹ ਸੁਣ ਕੇ ਸਤਿਗੁਰੂ ਜੀ ਬੋਲੇ ਇੰਡਕ ਕੀਨ ਪਾਇਓ ਮਨ ਦੀਨ। ਮਹਾਰਾਜ ਜੀ ਕਹਿੰਦੇ ਭਾਈ ਬਾਲਾ ਜੀ, ਭਾਈ ਮਰਦਾਨੇ ਨੂੰ ਨਗਰ ਵਿੱਚ ਜਾਦੂਗਰਨੀਆਂ ਨੇ ਮਹਿੰਡਾ ਬਣਾ ਲਿਆ। ਕੁਮੰਤਰਨ ਸੋ ਤਿੰਨ ਬੰਧਨ ਕਾਲਾ। ਉਹਦੇ ਗਲ 'ਚ ਰੱਸੀ ਪਾ ਕੇ ਖੋਟੇ ਮੰਤਰ ਪੜ੍ਹ ਕੇ ਉਹਨੂੰ ਬੰਨ ਲਿਆ, ਆਪਣੇ ਵਸ ਕਰ ਲਿਆ। ਮਰ ਹਰੀ ਚੰਦ ਪਨਹੀ ਬਚ ਬਾਲਾ, ਇਹੂ ਤੈ ਨਾਲ ਚਲੀ ਸੁਨੋ ਕਿਰਪਾ। ਪਨਹੀ ਬਚ ਬਾਲਾ ਇਉ ਤੇ ਨਾਲਾ, ਚਾਹੀਏ ਸੁਨੋ ਕਿਰਪਾਲ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਏਦਾਂ ਹੀ ਚਾਹੀਦਾ ਸੀ ਮਰਦਾਨੇ ਨਾਲ ਹੋਣਾ। ਹੱਸਦਿਆਂ ਹੋਇਆ ਨਾ ਜਿਵੇਂ ਹਾਸ ਰਸ ਵਿੱਚ, ਮਹਾਰਾਜ ਏਦਾਂ ਹੀ ਚਾਹੀਦਾ ਸੀ ਉਹਦੇ ਨਾਲ ਹੋਣਾ। ਤਬ ਤੁਮਨੇ ਹਟ ਕੇ ਉਹ ਮਨ ਨਾ ਅਟਕਿਓ। ਮਹਾਰਾਜ ਤੁਸੀਂ ਰੋਕਿਆ ਸੀ ਤੇ ਉਹ ਰੁਕਿਆ ਨਹੀਂ। ਸਟ ਕੇ ਉਹ ਪੁਰ ਤਤਕਾਲ, ਕਾਲੀ ਨਾਲ ਨਗਰ ਵਿੱਚ ਚਲਾ ਗਿਆ। ਕੋ ਚਿਰ ਦੁਖ ਦੀਜੇ ਮੋਖ ਨ ਕੀਜੇ। ਮਹਾਰਾਜ 2-4 ਘੜੀਆਂ ਹਾਲੇ ਰਹਿਣ ਦੇ ਉਹਨੂੰ ਏਦਾਂ ਬਣਿਆ ਤੇ ਪਾਤਸ਼ਾਹ ਜੀ ਫਿਰ ਆਪੇ ਜਦੋਂ ਮੋਖ ਨਾ ਦਿਓਗੇ ਤੇ ਆਪੇ ਪਛਤਾਵਾ ਕਰੇਗਾ। ਜਾਣੇ ਤਬ ਮਨ ਮਾਏ। ਫਿਰ ਉਹਨੂੰ ਚੰਗੀ ਤਰ੍ਹਾਂ ਸੋਝੀ ਆ ਜਾਏਗੀ, ਅੱਗੇ ਤੋਂ ਏਦਾਂ ਦੀ ਗਲਤੀ ਨਹੀਂ ਕਰਨ ਲੱਗਾ। ਬਹੁਰ ਨ ਬਚ ਹੋਰੇ
ਕਹੋ ਸੁਲੋਰੇ। ਮੁੜ ਕੇ ਤੁਹਾਡਾ ਬਚਨ ਨਹੀਂ ਮੋੜੇਗਾ, ਫਿਰ ਜੋ ਆਖੋਗੇ ਮੰਨੇਗਾ। ਆਏ ਸੇ ਮੁਖੀ ਤਾਹੇ ਤੁਹਾਡੀ ਆਗਿਆ ਦੇ ਵਿੱਚ ਰਹੇਗਾ। ਸੁਨੀਏ ਛੁਤ ਬਾਲਾ ਬੁੱਧ ਵਿਸਾਲਾ। ਮਹਾਰਾਜ ਜੀ ਹੱਸਦਿਆਂ ਹੱਸਦਿਆਂ ਹੀ ਕਹਿੰਦੇ, ਨਾਲੇ ਕਹਿੰਦੇ ਭਾਈ ਬਾਲਾ ਜੀ ਸੁਣੋ, ਸੰਗ ਲਏ ਕੀ ਲਾਜ। ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਕਹਿੰਦੇ ਭਾਈ ਬਾਲਾ ਜੀ, ਭਾਈ ਮਰਦਾਨੇ ਨੂੰ ਅਸੀਂ ਆਪਣੇ ਨਾਲ ਲਿਆਏ ਆ ਤੇ ਸੰਗ ਲਏ ਦੀ ਸਾਨੂੰ ਲਾਜ ਹੈ। ਭਾਈ ਮਰਦਾਨੇ ਨੂੰ ਅਸੀਂ ਨਹੀਂ ਛੱਡ ਸਕਦੇ। ਇਹ ਤਾਂ ਇੱਥੇ ਵੀ ਸਾਡੇ ਕੀਰਤਨੀਏ ਆ, ਅੱਗੇ ਸਾਡੇ ਸੱਚਖੰਡ ਦੇ ਵੀ ਸਾਡੇ ਦਰਬਾਰ ਦੇ ਕੀਰਤਨੀਏ ਹੈ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਇਹਦੀ ਸਾਡੀ ਸਾਂਝ ਹੈ। ਸੰਗ ਲਏ ਕੀ ਹਮਕੋ ਲਾਜਾ, ਅਸੀਂ ਇਹਨੂੰ ਨਾਲ ਲਿਆਂਦਾ, ਸਾਨੂੰ ਇਹਦੀ ਲਾਜ ਹੈ। ਬੋ ਭੂਖ ਸੁਭਾਉ ਧੀਰ ਨਸਾਉ। ਉਹਨੂੰ ਭੁੱਖ ਜ਼ਿਆਦਾ ਵਿਆਪਦੀ ਹੈ, ਜਦੋਂ ਭੁੱਖ ਲੱਗਦੀ ਹੈ ਵੱਡਿਆਂ ਵੱਡਿਆਂ ਦਾ ਧੀਰਜ ਨਸ ਜਾਂਦਾ ਹੈ। ਪੁਨ ਤੈ ਸੋ ਹਮ ਕਾਜ। ਨਾਲੇ ਸਾਡਾ ਉਹਦੇ ਨਾਲ ਕੰਮ ਹੈ। ਸਿਮਰਨ ਮਮ ਕਰਤਾ ਅਬ ਉਰ ਡਰਤਾ। ਹੁਣ ਭਾਈ ਮਰਦਾਨਾ ਸਾਡਾ ਸਿਮਰਨ ਕਰ ਰਿਹਾ ਤੇ ਮਨ 'ਚ ਡਰ ਰਿਹਾ। ਚਲੋ ਛੁਟਾਵੇਂ ਤਾਸ। ਚੱਲ ਬਾਲਿਆ, ਚੱਲ ਕੇ ਛੁਡਾ ਲਿਆਈਏ ਮਰਦਾਨੇ ਨੂੰ ਤੇ ਆਪਣੇ ਨਾਲ ਲੈ ਆਈਏ। ਇਹ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚੱਲੇ ਨੇ। ਦਇਆਨੰਦ ਸੁਆਮੀ ਜੀ ਜਿਵੇਂ ਭਾਈ ਮਰਦਾਨਾ ਜੀ ਤੇ ਕਿਰਪਾ ਕਰ ਰਹੇ ਨੇ ਔਰ ਜਿਵੇਂ ਇਹਨਾਂ ਜਾਦੂਗਰਨੀਆਂ ਨੂੰ ਉਪਦੇਸ਼ ਦੇ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ ਸੁਖ ਪੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਵੇਕ। ਹੈ ਪਰੰਪਰ ਹਰ ਹਰੇ ਹੈ ਪੀਓ ਵਣਿਹਾਰ। ਹੈ ਸੰਤ ਕੈ ਸਦਾ ਸੰਗ ਧਾਰਾ ਆਧਾਰ। ਹੈ ਠਾਕੁਰ ਹਾਂ ਦਾਸਰੋ ਹੈ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਧਾਨ ਰਾਖੋ ਈਐ ਪਰੋਏ। ਆਏ ਪ੍ਰਭ ਸ਼ਰਣਾਗਤੀ ਮਾਲਿਕ ਦਿਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵੰਦੇ ਪਾਰੇ ਉਤਾਰ ਨਿਹਾਰ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵੰਦੇ ਪਾਰੇ ਉਤਾਰ ਨਿਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ ਬੇਨਤੀ ਹੈ, ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਤੋਂ ਸਤਿਗੁਰਾਂ ਦੇ ਦਰਬਾਰ ਦੇ ਹਜੂਰੀ ਕੀਰਤਨੀਏ ਔਰ ਭਾਈ ਸਾਹਿਬ ਭਾਈ ਮਰਦਾਨਾ ਜੀ ਦੀ ਅੰਸ਼ ਵੰਸ਼ ਵਿੱਚੋਂ ਭਾਈ ਸਾਹਿਬ ਭਾਈ ਗੁਰਪ੍ਰਤਾਪ ਸਿੰਘ ਜੀ ਹਾਜ਼ਰੀ ਭਰਨਗੇ ਹੁਣ ਸੋਦਰ ਦੀ ਚੌਂਕੀ ਦੀ। ਆਪ ਜੀ ਪਿਆਰ ਸਹਿਤ ਤਿਨਾਂ ਪਾਸੋਂ ਸ਼ਬਦ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।